कुछ वकील भी साडे उदों जिहड़े मतलब कह लो सिख वकील भी सीगे, उन्होंने भी साडा साथ नहीं पूरा दिता, जिहड़े केस लड़ रहे सीगे। धमकियां भी मिलदियां सी मैनूं भी। उस टाइम दौरान मुड़ के खालड़ा भी चक्के गए सीगे, खालड़ा उन्होंने भी चुक लिया सीगा। ते वो एक वारी तरीक साडी दोनां दी इकट्ठी सीगी ते उन्हां दी गड्डी वगैरह बहुत भन्नी इन्हां ने, पुलिस वालिआं ने। उदों डर सानूं होर पै गया ते घरे माता उन्होंने घरे बैठे डरी जाना, सवेर दी उदों सानूं तोड़ के बैठे रहना, रात नूं उਡੀਕਦੇ होना भी आउंदे आ। ਤੇ ਬਿਆਨ ਸਿੰਘ ਉਹਨਾਂ ਨੇ ਤਾਂ ਵਕੀਲਾਂ ਦੇ ਪ੍ਰੈਸ਼ਰ ਦੇ ਨਾਲ ਫਿਰ ਇੱਕ ਕਮੇਟੀ ਬਣਾ ਦਿੱਤੀ ਸੀ। ਸਰਦਾਰ ਜੀ ਨੇ ਮੈਨੂੰ ਭੇਜਿਆ, ਸਰਦਾਰ ਜੀ ਮਤਲਬ ਬੇਅੰਤ ਸਿੰਘ, ਉਹਨਾਂ ਨੇ ਸਪੈਸ਼ਲੀ ਵੀ ਕੇਸ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਏ ਤੇ ਤੁਸੀਂ ਦੱਸੋ ਵੀ ਅਸੀਂ ਕੀ ਮਦਦ ਕਿੱਦਾਂ। ਮੰਮੀ ਕਹਿੰਦੇ ਵੀ ਮੈਂ ਪੁੱਤ ਦਾ ਮੁੱਲ ਨਹੀਂ ਪਾਉਣਾ। ਤੇ ਹੱਕ ਸੱਚ ਦੇ ਉੱਤੇ ਚੱਲਣ ਵਾਲੇ ਲੋਕਾਂ ਨੂੰ ਧਮਕੀਆਂ ਮਿਲਣੀਆਂ ਜਾਂ ਉਹਨਾਂ ਨੂੰ ਹਰ ਹੀਲੇ ਡੀਰੇਲ ਕਰਨ ਦਾ ਯਤਨ ਕਰਨਾ, ਇਹ ਹਮੇਸ਼ਾ ਹੁੰਦਾ ਆ। ਇਹ ਬਾਦਲ ਉਸ ਵਕਤ ਸਾਡੇ ਅਕਾਲੀ ਦਲ ਦੇ ਸੀਗੇ, ਉਸ ਵਕਤ ਇਹਨਾਂ ਤੱਕ ਹੀ ਲੋਕ ਅਪਰੋਚ ਕਰਦੇ ਸੀ, ਇਹ ਭੋਗਾਂ 'ਤੇ ਵੀ ਜਾਂਦੇ ਹੁੰਦੇ ਸੀ ਸ਼ਹੀਦਾਂ ਦੇ। ਇਹਨਾਂ ਦੀ ਕੀ ਭੂਮਿਕਾ ਰਹੀ? ਤੇ ਬਾਦਲ ਸਾਹਿਬ ਕਹਿੰਦੇ ਵੀ ਮੈਂ ਚਲੋ ਨਿਖੇਧੀ ਕਰਦਾ, ਸਾਰਾ ਕੁਝ ਕੀਤਾ ਉਹਨਾਂ ਨੇ, ਪਰ ਉਹ ਕਹਿੰਦੇ ਇਹ ਤਾਂ ਬੁੱਚੜਾਂ ਦੀ ਸਰਕਾਰ ਆ ਕਾਕਾ, ਤੇ ਇਹਨਾਂ ਦਾ ਕੋਈ ਪਤਾ ਨਹੀਂ ਗਾ ਕੀ ਆ ਕੀ ਨਹੀਂ। ਤੇ ਜਦੋਂ ਆਪਣੇ ਸਰਕਾਰਾਂ ਕਿਤੇ ਆਉਣਗੀਆਂ ਤੇ ਫਿਰ ਆਪਾਂ ਸਾਰਾ ਇਹਨਾਂ ਦਾ ਦੇਖਾਂਗੇ, ਸਿੰਘਾਂ ਦਾ ਜੋ ਵੀ ਆ ਸਾਰਾ ਕਰਾਂਗੇ। PTN 24 ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੀ ਕਪੂਰਥਲਾ ਸ਼ਹਿਰ ਦੇ ਵਿੱਚ। ਸ਼ਹੀਦ ਭਾਈ ਜਗਵਿੰਦਰ ਸਿੰਘ ਜੀ ਐਡਵੋਕੇਟ, ਜਿਹੜੇ ਕਿ ਪੇਸ਼ੇ ਵਜੋਂ ਇੱਕ ਵਕੀਲ ਸਨ, ਜਿਨ੍ਹਾਂ ਨੂੰ 25 ਸਤੰਬਰ 1992 ਨੂੰ ਉਸ ਸਮੇਂ ਦੀ ਪੁਲਿਸ ਵੱਲੋਂ ਘਰੋਂ ਚੁੱਕ ਕੇ ਖੜਿਆ ਉਹਨਾਂ ਨੂੰ, ਔਰ ਸੰਗਰੂਰ ਦੀ ਪੁਲਿਸ ਸੀ ਜਿਹੜੀ ਉਹਨਾਂ ਨੂੰ ਚੁੱਕ ਕੇ ਲੈ ਕੇ ਗਈ ਹੈ, ਜਿਨ੍ਹਾਂ ਦਾ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗਾ। ਪਰਿਵਾਰ ਅੱਜ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਾਮਲੇ ਦੇ ਵਿੱਚ ਅਦਾਲਤਾਂ ਦੇ ਵਿੱਚ ਜੱਦੋਜਹਿਦ ਕਰ ਰਿਹਾ ਕਿ ਉਹਨਾਂ ਦੇ ਬਾਰੇ ਸਾਨੂੰ ਦੱਸਿਆ ਜਾਵੇ ਕਿ ਉਹਨਾਂ ਦੇ ਨਾਲ ਕੀ ਕੁਝ ਕੀਤਾ ਗਿਆ। ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੇ ਕੇਸ ਅਦਾਲਤਾਂ 'ਚ ਚੱਲ ਰਹੇ ਆ, ਉਹਨਾਂ ਦੇ ਬਾਰੇ ਜਾਣਕਾਰੀ ਲੈਂਦੇ ਆ। ਕੀ ਉਸ ਪਰਿਵਾਰ ਨਾਲ ਹੋਇਆ ਬੀਤਿਆ, ਕਿਵੇਂ ਜਿਹੜੀ ਜ਼ਿੰਦਗੀ ਹੁਣ ਤੱਕ ਗੁਜ਼ਰੀ ਹੈ, ਕੀ ਇਸ ਵਕਤ ਪਰਿਵਾਰ ਦੀ ਜਿਹੜੀ ਆ ਪੋਜੀਸ਼ਨ ਆ, ਆਓ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ। ਸ਼ਹੀਦ ਭਾਈ ਜਗਵਿੰਦਰ ਸਿੰਘ ਜੀ ਐਡਵੋਕੇਟ ਸਾਹਿਬ, ਸਨ ਆਫ ਸਰਦਾਰ ਸੁਖਦੇਵ ਸਿੰਘ, ਕਪੂਰਥਲਾ ਸ਼ਹਿਰ। ਆਓ ਜੀ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜੀ ਭਾਈ ਮਨਜਿੰਦਰ ਸਿੰਘ ਹੋਣਾ ਨਾਲ, ਜੋ ਕਿ ਛੋਟੇ ਬ੍ਰਦਰ ਨੇ ਸ਼ਹੀਦ ਭਾਈ ਜਗਵਿੰਦਰ ਸਿੰਘ ਐਡਵੋਕੇਟ ਸਾਹਿਬ, ਕਪੂਰਥਲਾ ਸਿਟੀ ਤੋਂ, ਜਿਨ੍ਹਾਂ ਨੂੰ 25 ਸਤੰਬਰ 1992 ਨੂੰ ਇਸ ਘਰ ਦੇ ਵਿੱਚ ਪੁਲਿਸ ਵੱਲੋਂ ਰੇਡ ਕਰਕੇ ਜਾਣਕਾਰੀ ਮੁਤਾਬਕ ਸੰਗਰੂਰ ਦੀ ਪੁਲਿਸ ਵੱਲੋਂ ਉਹਨਾਂ ਨੂੰ ਘਰੋਂ ਚੁੱਕ ਕੇ ਤੇ ਕਿੱਥੇ ਲੈ ਗਏ, ਜਿਨ੍ਹਾਂ ਦਾ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗਾ। ਬਹੁਤ ਗੁਹਾਰ ਲਾਈ ਇਨਸਾਫ ਦੀ ਉੱਚ ਅਧਿਕਾਰੀਆਂ ਤੱਕ, ਤੇ ਐਡਵੋਕੇਟ ਹੋਣ ਕਰਕੇ ਬਹੁਤ ਸਾਰੇ ਇਹਨਾਂ ਦੇ ਸਾਥੀ ਵਕੀਲਾਂ ਨੇ ਇਹਨਾਂ ਦਾ ਬੜਾ ਸਾਥ ਦਿੱਤਾ, ਬੜੀ ਲੰਬੀ ਸਟ੍ਰਾਈਕ ਚੱਲੀ, ਪਰ ਇਨਸਾਫ ਦੇ ਨਾਂ ਦੇ ਉੱਤੇ ਇਸ ਪਰਿਵਾਰ ਦੇ ਹੱਥ ਕੁਛ ਨਹੀਂ ਲੱਗਾ। ਦੌਰ ਐਸਾ ਸੀ ਕਿ ਭਾਈ ਜਗਵਿੰਦਰ ਸਿੰਘ ਜੀ ਤੋਂ ਬਾਅਦ ਕੁਲਵੰਤ ਸਿੰਘ ਐਡਵੋਕੇਟ, ਬਹੁਤ ਮਸ਼ਹੂਰ ਕੇਸ ਸੀਗਾ ਜੀ ਉਹ ਵੀ, ਉਹਨਾਂ ਨੂੰ ਵੀ ਉਹਨਾਂ ਦੀ ਪਤਨੀ ਅਤੇ ਬੱਚੇ ਸਮੇਤ ਜਿਹੜਾ ਉਹਨਾਂ ਉਦੋਂ ਉਸ ਵਕਤ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਉਹ ਦੌਰ ਦੇ ਵਿੱਚ ਕਿਸੇ ਵੀ ਲੈਵਲ ਦਾ ਕੋਈ ਵੀ ਜਿਹੜਾ ਬੰਦਾ ਜਿਹੜਾ ਪੰਥ ਦੀ ਗੱਲ ਕਰਦਾ ਸੀ, ਪੰਥਕ ਸੋਚ ਰੱਖਦਾ ਸੀ, ਤੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਖਤਮ ਕਰ ਦਿੱਤਾ ਜਾਂਦਾ ਸੀ, ਲਾਪਤਾ ਕਰ ਦਿੱਤਾ ਜਾਂਦਾ ਸੀ। ਕੀ ਹੋਇਆ ਬੀਤਿਆ ਇਸ ਪਰਿਵਾਰ ਦੇ ਨਾਲ, ਆਓ ਗੱਲ ਕਰਦੇ ਹਾਂ ਜੀ ਸ਼ਹੀਦ ਭਾਈ ਜਗਵਿੰਦਰ ਸਿੰਘ ਜੀ ਦੇ ਛੋਟੇ ਬ੍ਰਦਰ ਭਾਈ ਮਨਜਿੰਦਰ ਸਿੰਘ ਜੀ ਦੇ ਨਾਲ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਫਤਿਹ। ਅੱਛਾ, ਸਭ ਤੋਂ ਪਹਿਲਾਂ ਤਾਂ ਭਾਈ ਜਗਵਿੰਦਰ ਸਿੰਘ ਜੀ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਇਹ ਕਿੰਨਾ ਪੜ੍ਹੇ ਸੀਗੇ, ਕਿੱਥੇ ਪੜ੍ਹੇ, ਕਿੱਥੇ ਇਹਨਾਂ LLB ਕੀਤੀ, ਅਤੇ ਕਿਵੇਂ ਜਿਹੜਾ ਮਤਲਬ ਇਸ ਖੇਤਰ ਦੇ ਵਿੱਚ ਆ ਗਏ ਹੋ? ਅਸੀਂ ਪਹਿਲਾਂ ਤਾਂ ਮਤਲਬ 10th ਤੇ ਲੋਕਲ ਸਕੂਲ ਤੋਂ ਕੀਤੀ, ਅਤੇ ਜਿਹੜੀ BA ਕੀਤੀ ਉਹ ਰਣਧੀਰ ਕਾਲਜ ਕਪੂਰਥਲਾ ਤੋਂ ਕੀਤੀ ਜੀ, ਅਤੇ ਉਸ ਤੋਂ ਬਾਅਦ LLB ਕੀਤੀ ਇਹਨਾਂ ਨੇ ਅਜਮੇਰ ਯੂਨੀਵਰਸਿਟੀ ਤੋਂ, ਹਨੂੰਮਾਨਗੜ੍ਹ ਕਾਲਜ ਤੋਂ ਜੀ, ਅਤੇ ਉਸੇ ਦੌਰਾਨ ਹੀ ਵਕਾਲਤ ਦਾ ਕੰਮ ਵੀ ਸਿੱਖਦੇ ਰਹੇ ਨਾਲ।
ਤੇ ਵਕਾਲਤ ਦਾ ਕੰਮ ਸਿੱਖਦੇ ਸਿੱਖਦੇ ਇਹਨਾਂ ਨੇ ਵਕਾਲਤ ਕਰ ਲਈ ਸੀ। ਠੀਕ ਠੀਕ। ਤੇ ਉਸ ਤੋਂ ਬਾਅਦ ਫਿਰ ਪਹਿਲਾਂ ਕਿਸੇ ਹੋਰ ਐਡਵੋਕੇਟ ਨਾਲ ਅਸਿਸਟ ਕਰਦੇ ਰਹੇ? ਹਾਂਜੀ ਹਾਂਜੀ। ਠੀਕ ਹੈ। ਤੇ ਹਰਜੀਤ ਸਿੰਘ ਸੰਧੂ ਸੀਗੇ ਇੱਥੇ, ਉਹਨਾਂ ਦੇ ਨਾਲ ਕਰਦੇ ਰਹੇ। ਤੇ ਫਿਰ ਵਕੀਲ ਬਣਨ ਤੋਂ ਬਾਅਦ ਦੇ ਵਿੱਚ ਫਿਰ ਜਲੰਧਰ ਚਲੇ ਗਏ ਸੀਗੇ ਅਮਰਜੀਤ ਸਿੰਘ ਸ਼ੇਰਗਿੱਲ ਉਹਨਾਂ ਦੇ ਨਾਲ। ਠੀਕ ਠੀਕ। ਤੇ ਫਿਰ ਉੱਥੇ ਜਾ ਕੇ ਕਰਦੇ ਰਹੇ। ਤੇ ਕੰਮ ਇੱਕੋ ਹੀ ਸੀਗਾ ਕਿ ਮਨ 'ਚ ਇਹੀ ਸੀਗਾ ਵੀ ਕੌਮ ਦੀ ਸੇਵਾ ਹੀ ਕਰਨੀ ਆ। ਜਿਹੜੇ ਮੁੰਡੇ ਫੜੇ ਜਾਂਦੇ ਆ, ਪੁਲਿਸ ਨਜਾਇਜ਼ ਫੜਦੀ ਆ ਜਾਂ ਕਰਦੀ ਆ, ਤੇ ਉਹਨਾਂ ਨੂੰ ਕੋਈ ਉਸ ਟਾਈਮ 'ਤੇ ਵਕੀਲ ਨਹੀਂ ਸੀ ਮਿਲਦੇ, ਜਾਂ ਵਕੀਲ ਜਿਹੜੇ ਹੁੰਦੇ ਸੀ ਜਾਂ ਕਿੱਦਾਂ, ਉਹਨਾਂ ਕੋਲ ਬਹੁਤ ਪੈਸਾ ਮੰਗਦੇ, ਫੀਸਾਂ ਮੰਗਦੇ ਸੀ। ਤੇ ਉਹ ਪਹਿਲਾਂ ਹੀ ਗਰੀਬ ਪਰਿਵਾਰਾਂ ਦੇ ਮੁੰਡੇ ਨਿਕਲੇ ਹੋਏ ਸੀ ਘਰਾਂ 'ਚੋਂ ਕੌਮ ਦੇ ਦਰਦ ਨਾਲ। ਤੇ ਇਹ ਫਿਰ ਉਹ ਫ੍ਰੀ ਸੇਵਾ ਦੇ ਵਿੱਚ ਹੀ ਕਰਦੇ ਰਹੇ ਤੇ ਫੀਸਾਂ ਨਹੀਂ ਸੀ ਲੈਂਦੇ। ਤੇ ਜੋ ਇਹਨਾਂ ਨਾਲ ਦੇ ਦੱਸਦੇ ਵੀ ਆ ਵੀ ਹਾਂ ਸਾਡੇ ਕੋਲ ਜਿਹਨਾਂ ਮੁੰਡਿਆਂ ਨੂੰ ਮੈਂ ਬਾਅਦ 'ਚ ਮਿਲਿਆ ਵੀ ਆ, ਤੇ ਉਹ ਵੀ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਕਦੀ ਫੀਸ ਨਹੀਂ ਦਿੱਤੀ ਜਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀ, ਪੈਸਾ ਨਹੀਂ ਇਹਨੇ ਕਮਾਇਆ। ਤੇ ਘਰ ਦੀ ਹਾਲਤ ਵੀ ਪਤਾ ਲੱਗਦੀ ਸੀ, ਉਹ ਫਿਰ ਪੈਸਾ ਨਹੀਂ ਕਮਾਉਂਦੇ। ਠੀਕ ਹੈ ਨਾ। ਅੱਛਾ, ਇੱਕ ਤੇ ਦੱਸਿਓ ਵੀ ਕਿੰਨੇ ਭੈਣ ਭਰਾ ਹੋ ਤੁਸੀਂ? ਇਹ 3 ਭਰਾ ਸੀਗੇ, ਤੇ ਮੈਂ ਛੋਟਾ, ਤੇ ਵੱਡੇ ਸਿਸਟਰ ਸਾਡੇ ਉਹ ਹੈਪੀ ਤੋਂ ਵੀ ਵੱਡੇ ਸੀਗੇ, ਤੇ 2 ਸਾਲ ਵੱਡੇ ਉਹਨਾਂ ਤੋਂ। ਠੀਕ ਠੀਕ। ਤੇ 3 ਜਣੇ ਅਸੀਂ। ਠੀਕ ਹੈ ਜੀ। ਪਰਿਵਾਰ ਜਿਹੜਾ ਸ਼ੁਰੂ ਤੋਂ ਹੀ ਪੰਥਕ ਸੋਚ ਸੀ ਕਿ ਜਾਂ ਭਾਈ ਜਗਵਿੰਦਰ ਸਿੰਘ ਜਿਹੜਾ ਆਪਣੇ ਕਾਲਜ ਦੇ ਸਾਥੀਆਂ ਦੇ ਨਾਲ ਜਾਂ ਦਰਬਾਰ ਸਾਹਿਬ 'ਤੇ ਹੋਏ ਹਮਲੇ ਦਾ ਕੋਈ ਇਹਨਾਂ ਦੇ ਮਨ 'ਤੇ ਕੋਈ ਅਸਰ ਸੀ? ਨਹੀਂ ਸਰ, ਗੁਰੂ ਘਰ ਨਾਲ ਤਾਂ ਪਹਿਲਾਂ ਹੀ ਜੁੜੇ ਸੀ, ਪਿਤਾ ਜੀ ਹੁਣੇ ਜੁੜੇ ਸੀ ਅੰਮ੍ਰਿਤਧਾਰੀ ਜੀ। ਠੀਕ ਹੈ ਨਾ। ਤੇ ਆਪਣੇ ਜਗਵਿੰਦਰ ਸਿੰਘ ਦਾ ਉਹ ਘਰ ਦੇ ਵਿੱਚ ਉੱਦਾਂ ਪਾਠ ਪੂਜਾ ਮਤਲਬ ਬਾਣੀ ਪੜ੍ਹਨਾ ਕਰਨਾ ਇਹਦਾ ਸ਼ੁਰੂ ਤੋਂ ਬਚਪਨ ਤੋਂ ਹੀ ਕਰਦਾ ਸੀ। ਠੀਕ ਹੈ। ਤੇ ਦਰਬਾਰ ਸਾਹਿਬ ਦਾ ਅਸਰ ਤਾਂ ਸਾਰੇ ਸਿੱਖਾਂ 'ਤੇ ਹੀ ਹੋਇਆ। ਠੀਕ ਹੈ ਨਾ। ਤੇ ਮੇਰਾ ਖਿਆਲ ਸ਼ਾਇਦ ਹੋਰ ਕੌਮਾਂ 'ਤੇ ਵੀ ਹੋਇਆ। ਠੀਕ ਹੈ ਨਾ। ਤੇ ਉਹ ਸਾਰਾ ਕਰਦੇ ਸੀਗੇ। ਦਰਬਾਰ ਸਾਹਿਬ ਗਿਆ ਦੇਖਦਾ, ਪਹਿਲਾਂ ਵੀ ਜਾਂਦੇ ਸੀਗੇ ਤਕਰੀਬਨ। ਤੇ ਜਦੋਂ ਹਮਲਾ ਹੋਇਆ ਉਸ ਤੋਂ ਜਦੋਂ ਖੁੱਲ੍ਹਿਆ ਆ ਪਹਿਲੇ ਦਿਨ ਇਹਨਾਂ ਨੇ ਓਪਨ ਕੀਤਾ ਆ 2 ਘੰਟੇ ਦੇ ਵਾਸਤੇ, ਤੇ ਉਸ ਟਾਈਮ ਦੌਰਾਨ ਇਹ ਕਿਸੇ ਤਰ੍ਹਾਂ ਵੀ ਉੱਥੇ ਪਹੁੰਚ ਕੇ ਉਹ ਦੇਖ ਕੇ ਆਇਆ ਸੀ, ਤੇ ਉਹ ਅਸਰ ਹੋਇਆ। ਠੀਕ ਨਾ। ਉਸ ਤੋਂ ਬਾਅਦ ਉਦੋਂ ਉਮਰ ਵੀ ਛੋਟੀ ਸੀ ਅਜੇ, ਤੇ ਪਰ ਅਸਰ ਸੀਗਾ ਇਸ ਗੱਲ ਦਾ। ਭਾਈ ਸਾਹਿਬ ਦੀ ਕੀ ਡੇਟ ਆਫ ਬਰਥ ਸੀ? ਇਹਨਾਂ ਦੀ 1 ਨਵੰਬਰ 1968। ਅੱਛਾ, 1968 ਸੀਗੀ। ਮਤਲਬ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੇ ਮਨ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ 84 ਹੋ ਗਿਆ ਜਿਹੜਾ ਦਰਬਾਰ ਸਾਹਿਬ 'ਤੇ ਹਮਲਾ ਹੋਇਆ। 16-17 ਸਾਲ ਦੀ ਉਮਰ ਦੇ ਵਿੱਚ ਹੀ ਜਾ ਕੇ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਇੱਥੇ ਮਤਲਬ DAV ਕਾਲਜ ਜਲੰਧਰ ਸੀਗੇ, ਤੇ ਉੱਥੋਂ ਫਿਰ ਇਹਨਾਂ ਮੂਵ ਇੱਥੇ ਹੋ ਗਏ, ਕਪੂਰਥਲੇ ਮਾਈਗ੍ਰੇਸ਼ਨ ਕਰਾ ਲਈ ਸੀਗੀ। ਤੇ ਮਾਈਗ੍ਰੇਸ਼ਨ ਕਰਾ ਕੇ ਫਿਰ ਇੱਥੇ ਫੈਡਰੇਸ਼ਨ ਦੇ ਵਿੱਚ ਹੋ ਗਏ ਜੁਆਇਨਿੰਗ। ਅੱਛਾ। ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ ਉਦੋਂ। ਅੱਛਾ। ਤੇ ਉਹਨਾਂ ਜੋ ਜੁਆਇਨਿੰਗ ਕਰਕੇ ਤੇ ਫਿਰ ਇੱਥੇ ਸਟ੍ਰਾਈਕਸ ਵਗੈਰਾ ਹੁੰਦੀਆਂ ਰਹੀਆਂ, ਕਈ ਕਾਲਾਂ ਆਈਆਂ। ਤੇ 86 ਦੇ ਵਿੱਚ 8 ਜਨਵਰੀ 1986 ਨੂੰ ਇਹਨਾਂ ਦੀ ਪਹਿਲੀ ਗ੍ਰਿਫਤਾਰੀ ਹੋ ਗਈ ਸੀਗੀ। ਤੇ ਇੱਥੋਂ ਘਰੋਂ ਹੀ ਲੈ ਗਏ ਸੀਗੇ ਸਿਟੀ ਪੁਲਿਸ ਜਿਹੜੀ ਸੀਗੀ, ਤੇ ਉੱਥੇ ਜਾ ਕੇ ਥੋੜ੍ਹਾ ਬਹੁਤਾ ਟੌਰਚਰ ਕੀਤਾ ਜੋ ਪੁਲਿਸ ਨੇ ਮਾੜਾ ਮੋਟਾ ਹਲਕਾ ਫੁਲਕਾ ਕਰਨਾ ਹੁੰਦਾ, ਤੇ ਉਹ ਕੀਤਾ ਗਿਆ। ਤੇ ਉਸ ਤੋਂ ਬਾਅਦ ਫਿਰ ਮਤਲਬ ਨਹੀਂ ਮੁੜਿਆ। ਇਹ ਬੜਾ ਸਮਝਾਇਆ ਵੀ ਕਾਕਾ ਇਹਦਾ ਅੰਤ ਨਹੀਂ ਹੈਗਾ ਅੱਗੇ ਕੋਈ, ਮਤਲਬ ਠੀਕ ਹੈ ਨਾ, ਵੀ ਨਾ ਕੋਈ ਅੱਗੇ ਕੋਈ ਬਾਂਹ ਫੜਨ ਵਾਲਾ ਹੈਗਾ ਫਿਲਹਾਲ, ਤੇ ਇਸ ਕਰਕੇ ਤੂੰ ਆਪਣੀ ਸਟੇਜ 'ਤੇ ਇੱਕ ਸਟੇਜ 'ਤੇ ਚੱਲੋ। ਫਿਰ ਇਹਨੇ ਸਮਾਂ ਪਾ ਕੇ ਫਿਰ ਵਕਾਲਤ ਕੀਤੀ ਇਸੇ ਕਰਕੇ ਵੀ ਬਾਂਹ ਫੜਨ ਵਾਲਾ ਵਾਕਈ ਉਸ ਟਾਈਮ ਦੌਰਾਨ ਤੇ 3-4 ਸਾਲ ਲੰਘੇ, ਫਿਰ ਪਤਾ ਲੱਗ ਹੀ ਗਿਆ ਸਿਆਸਤ ਦਾ ਵੀ ਲੀਡਰ ਕੀ ਕਰਦੇ ਨੇ ਕੀ ਨਹੀਂ ਕਰਦੇ ਨੇ। ਜਦੋਂ ਕੋਈ ਐਜੀਟੇਸ਼ਨਸ ਚੱਲਦੀਆਂ ਨੇ ਜਾਂ ਕੋਈ ਮੂਵਮੈਂਟ ਚੱਲਦੀ ਹੈ, ਤੇ ਫਿਰ ਸਾਰੇ ਬੰਦੇ ਹਥਿਆਰ ਚੁੱਕ ਕੇ ਲੜਨ ਵਾਲੇ ਨਹੀਂ ਹੁੰਦੇ। ਉਹਦੇ ਵਿੱਚ ਜਿਵੇਂ ਇਹ ਐਡਵੋਕੇਟ ਸਨ, ਕੁਛ ਡਾਕਟਰ ਸਨ, ਕੁਛ ਪ੍ਰੋਫੈਸਰ ਸਨ, ਮਤਲਬ ਹਰ ਖੇਤਰ ਦਾ ਇਨਸਾਨ ਆਪੋ ਆਪਣੀ ਜਗ੍ਹਾ ਇੱਕ ਵਿਸ਼ੇਸ਼ ਭੂਮਿਕਾ ਜਿਹੜਾ ਉਹ ਨਿਭਾਉਂਦਾ ਹੈ। ਜਦੋਂ 2 ਨੇਸ਼ਨਸ ਲੜਦੇ ਨੇ ਤੇ ਸਰਹੱਦ 'ਤੇ ਲੜਨ ਵਾਲੇ ਫੌਜੀ ਤੋਂ ਇਲਾਵਾ ਪਿਛਲੇ ਪਾਸੇ ਕੁਝ ਲੋਕ ਹੁੰਦੇ ਨੇ ਜਿਹੜੇ ਉਹਨਾਂ ਨੂੰ ਲੰਗਰ ਪਾਣੀ ਪਹੁੰਚਾਉਂਦੇ ਨੇ, ਉਹਨਾਂ ਨੂੰ ਉਹਨਾਂ ਦਾ ਅਸਲਾ ਪਹੁੰਚਾਉਂਦੇ ਨੇ, ਉਹਨਾਂ ਨੂੰ ਹੋਰ ਮੈਡੀਕਲ ਇਕੁਇਪਮੈਂਟ ਜਿਹੜਾ ਉਹਨਾਂ ਨੂੰ ਪਹੁੰਚਾਉਂਦੇ ਨੇ। ਉਹਨਾਂ ਸਾਰਿਆਂ ਦਾ ਵੀ ਯੋਗਦਾਨ ਉਸ ਲੜਾਈ ਦੇ ਵਿੱਚ ਓਨਾ ਹੀ ਹੁੰਦਾ ਹੈ ਜਿੰਨਾ ਕਿ ਇੱਕ ਗੋਲੀ ਚਲਾਉਣ ਵਾਲੇ ਸੋਲਜਰ ਦਾ ਹੁੰਦਾ। ਇਸ ਤਰ੍ਹਾਂ ਦੀ ਕੋਈ ਭੂਮਿਕਾ ਨਿਭਾ ਰਹੇ ਸੀਗੇ ਐਡਵੋਕੇਟ ਜਗਵਿੰਦਰ ਸਿੰਘ ਜੀ, ਕਿਉਂਕਿ ਇਹਨਾਂ ਵੇਖਿਆ ਕਿ ਪੁਲਿਸ ਫੜਦੀ, ਬੰਦਾ ਫੜਿਆ, ਕੇਸ ਪਾਤਾ, ਇਹ ਨਹੀਂ ਵੇਖਿਆ ਜਾਇਜ਼ ਨਜਾਇਜ਼। ਤੇ ਗਰੀਬ ਪਰਿਵਾਰ ਸਨ, ਕਈ ਵਾਰੀ ਕੋਈ ਕੰਮਕਾਰ ਕੋਈ ਨੌਕਰੀ ਕੋਈ ਇੰਨਾ ਹੈ ਨਹੀਂ ਸੀ, ਤੇ ਵਕੀਲਾਂ ਦੀਆਂ ਸਾਰਿਆਂ ਕੋਲੋਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ, ਤੇ ਉਹਨਾਂ ਫਿਰ ਇਹ ਬਿਨਾਂ ਪੈਸਿਆਂ ਤੋਂ ਹੀ ਇਹਨਾਂ ਦੀਆਂ ਜ਼ਮਾਨਤਾਂ ਕਰਾਉਣੀਆਂ ਜਾਂ ਇਹਨਾਂ ਦੇ ਕੇਸ ਲੜਨੇ ਸ਼ੁਰੂ ਕੀਤੇ। ਤੇ ਸ਼ਾਇਦ ਇਹੀ ਇੱਕ ਕਾਰਨ ਸੀ ਕਿ ਇਹ ਪੁਲਿਸ ਪ੍ਰਸ਼ਾਸਨ ਦੀਆਂ ਅੱਖਾਂ 'ਚ ਰੜਕਣੇ ਸ਼ੁਰੂ ਹੋ ਗਏ। 10 ਜਨਵਰੀ 1986 ਨੂੰ ਇੱਕ ਬਹੁਤ ਵੱਡੀ ਬੰਦ ਦੀ ਕਾਲ ਦਿੱਤੀ ਗਈ ਸੀ, ਔਰ ਉਸ ਕਾਲ ਤੋਂ ਪਹਿਲਾਂ ਹੀ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਟੌਰਚਰ ਕੀਤਾ ਗਿਆ। ਫਿਰ ਆ ਕੇ ਜਦੋਂ ਇਹਨਾਂ ਨੇ ਮਨ ਦੇ ਵਿੱਚ ਫਿਰ ਰੋਸ ਆਇਆ ਵੀ ਮੈਂ ਤੇ ਕੋਈ ਐਸਾ ਕੰਮ ਕਰ ਨਹੀਂ ਰਿਹਾ,
ਵੀ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਉਦੋਂ ਤੱਕ ਇੱਕ ਲੀਗਲ ਸਟੂਡੈਂਟ ਜਥੇਬੰਦੀ ਸੀਗੀ, ਹਾਂਜੀ, ਉਹਦੇ ਉਹ ਮੈਂਬਰ ਸਨ ਜਾਂ ਉਹਦੇ ਉਹ ਕਾਰਕੁਨ ਸਨ, ਅਤੇ ਇਹਦੇ ਵਿੱਚ ਇਹ ਕੋਈ ਐਸੀ ਗੱਲ ਨਹੀਂ ਸੀ ਵੀ ਉਹ ਇਸੇ ਗੱਲ ਦੇ ਵਿੱਚ ਹੀ ਉਹਨੂੰ ਟਾਰਚਰ ਕੀਤਾ ਜਾਂਦਾ। ਨਹੀਂ ਸਰ, ਸਰਕਾਰ ਦੇ ਅਗੇਂਸਟ ਕੋਈ ਵੀ ਗੱਲ ਕਰਨੀ ਜੀ, ਐਕਚੁਅਲੀ ਸਰਕਾਰ ਦਾ ਵਿਰੋਧ ਕਰਨਾ ਨਹੀਂ ਹੁੰਦਾ, ਸਰਕਾਰ ਨੂੰ ਸੁਚੇਤ ਕਰਨਾ ਹੁੰਦਾ ਵੀ ਆ ਤੁਸੀਂ ਗਲਤ ਕਰ ਰਹੇ ਹੋ, ਲੋਕਾਂ ਦੇ ਭਲੇ ਲਈ ਆ ਕੰਮ ਸਹੀ ਕਰੋ। ਠੀਕ, ਇਹਦਾ ਕਾਰਨ ਇਹੀ ਹੁੰਦਾ ਕਿ ਸਰਕਾਰਾਂ ਇਹ ਗਿਣਦੀ ਨੇ ਹਾਂ ਮੇਰੇ ਅਗੇਂਸਟ ਬੋਲਦਾ ਤੇ ਇਹਨੂੰ ਚੁੱਪ ਕਰਾ ਦਿੱਤਾ ਜਾਏ। ਠੀਕ ਹੈ ਨਾ, ਉਹ ਚੁੱਪ ਕਰਾਉਣ ਦੇ ਵਿੱਚ ਕੋਈ ਛੋਟਾ ਵੱਡਾ ਦੇਖਿਆ ਨਹੀਂ ਜਾਂਦਾ, ਫਿਰ ਆਪਣੀ ਤਾਕਤ ਵਰਤਦੀਆਂ ਸਰਕਾਰਾਂ, ਤੇ ਉਹਦੇ ਕਰਕੇ ਇਹਨਾਂ ਨੇ ਫਿਰ ਜਿਹੜਾ ਬੱਚਾ ਵੀ ਸੀ, ਜਿੱਦਾਂ ਹੁਣ ਇਹਦੀ ਉਮਰ ਕੋਈ ਤਕਰੀਬਨ 17 17.5 ਸਾਲ ਦੀ ਸੀ ਉਦੋਂ, ਤੇ ਉਹ ਵੀ ਹੋ ਗਿਆ, ਕਿਸੇ ਨੇ ਨਹੀਂ ਦੇਖਿਆ ਮਾਈਨਰ ਆ ਇਹ, ਤੇ ਇਹਨੂੰ ਛੋਟੀ ਅਦਾਲਤ ਵਿੱਚ ਬਾਲ ਅਦਾਲਤ ਜਿਹੜੀ ਹੁੰਦੀ ਬਾਲ ਜੇਲ੍ਹ ਜਿਹੜੀ ਹੁੰਦੀ ਆ, ਇੱਕ ਤਾਂ ਨਹੀਂ ਵੱਡੀਆਂ ਜੇਲ੍ਹਾਂ ਹੀ ਰੱਖਿਆ, 3 ਮਹੀਨੇ ਬਾਅਦ ਜ਼ਮਾਨਤ ਹੋਈ, 751 ਪਾ ਕੇ ਅੰਦਰ ਦੇ ਦਿੰਦੇ ਸੀ, ਜਾਂ ਕੋਈ ਹੋਰ ਬਾਅਦ ਦੇ ਵਿੱਚ ਫਿਰ ਹੋਰ ਵੀ ਧਾਰਾਵਾਂ ਲਾਉਂਦੇ ਰਹੇ ਇੱਦਾਂ ਹੀ ਸਮੇਂ ਨਾਲ। ਠੀਕ ਹੈ ਨਾ, ਕਈ ਵਾਰੀ ਗ੍ਰਿਫਤਾਰੀ ਹੋਈ, ਕਿਸੇ ਵੇਲੇ ਤਾਂ ਇੱਦਾਂ ਵੀ ਨਹੀਂ ਸੀ ਪਤਾ ਲੱਗਦਾ, ਵੀ ਸਵੇਰੇ ਪਤਾ ਲੱਗਦਾ ਵੀ ਪੁਲਿਸ ਆਈ, ਹਾਂਜੀ ਮਾਤਾ ਜੀ ਇਹਨੂੰ ਲੈ ਕੇ ਜਾਣਾ, ਮੰਮੀ ਉਹਨਾਂ ਨੇ ਕਹਿਣਾ ਲੈ ਕੇ ਜਾਣਾ, ਡੈਡੀ ਹੁਣੀ ਖੜੇ ਹੋਣੇ, ਹਾਂ ਕਿੱਥੇ ਲੈ ਕੇ ਚੱਲੇ ਆ, ਇਹਨੂੰ ਲੈ ਕੇ ਚੱਲੇ, ਕੋਈ ਨਹੀਂ ਜੀ ਛੱਡ ਦਾਂਗੇ ਸ਼ਾਮ ਤੱਕ। ਅਤੇ ਉਹ ਫਿਰ 2-3 ਦਿਨਾਂ ਬਾਅਦ ਜਾਣਾ, ਮਗਰ ਜਾਂਦੇ ਸੀ, ਮਗਰ ਉਦੋਂ ਹੀ ਭੱਜ ਜਾਂਦੇ ਸੀ ਕਿੱਥੇ ਲੈ ਕੇ ਗਏ ਆ ਜਾਂ ਕਿੱਦਾਂ, ਅਤੇ ਫਿਰ ਉਹ ਛੱਡ ਦੇਣਾ, ਅਤੇ ਇੱਦਾਂ 2-3 ਦਿਨ ਰੱਖ ਕੇ ਕਰਕੇ, ਅਤੇ ਫਿਰ ਉਹ ਬੱਚੇ ਵੀ ਉੱਦਾਂ ਮਤਲਬ ਉਮਰ ਦੇ ਲਿਹਾਜ਼ ਨਾਲ ਉਸ ਟਾਈਮ ਇਹ ਸੀਗਾ, ਇੱਕ ਤਾਂ ਜਨੂੰਨ ਸੀਗਾ, ਠੀਕ ਹੈ ਨਾ, ਗੁੱਸਾ ਸੀ, ਠੀਕ ਹੈ, ਸਰਕਾਰਾਂ ਦੇ ਅਗੇਂਸਟ, ਦੂਜਾ ਇਹ ਸੀਗਾ ਵੀ ਜਿਹੜਾ ਸਾਡੇ ਨਾਲ ਇਹ ਨਜਾਇਜ਼ ਕਿਉਂ ਕਰਦੇ ਪਏ ਆ। ਠੀਕ ਹੈ ਨਾ, ਗ੍ਰਿਫਤਾਰੀ ਕਰਨੀ ਜਾਂ ਕਰਨਾ ਜਾਂ ਲੀਗਲ ਗ੍ਰਿਫਤਾਰੀ ਕਰੋ, ਤੁਸੀਂ 24 ਘੰਟੇ 'ਚ ਪੇਸ਼ ਕਰ ਦਿਓ ਜੋ ਕਾਨੂੰਨ ਆ, ਜੋ ਪੁੱਛਗਿੱਛ ਆ, ਜੋ ਧਾਰਾ ਲੱਗਦੀ ਆ, ਉਹ ਵੀ ਨਹੀਂ ਕਰਦੇ, 3-3 ਦਿਨ 4-4 ਦਿਨ ਉੱਦਾਂ ਬਿਠਾਈ ਰੱਖਣਾ, ਜਦ ਕਿ ਉਸ ਟਾਈਮ ਇਹ ਕਾਲਜੀਏਟ ਸੀ ਅਤੇ ਕਾਲਜ ਤੋਂ ਛੁੱਟੀ ਹੋਣੀ, ਕਾਲਜ ਜਾਣਾ ਅਤੇ ਪ੍ਰੋਫੈਸਰ ਉਹਨਾਂ ਨੇ ਪੁੱਛਣਾ ਵੀ ਤੇਰੇ ਲੈਕਚਰ ਸ਼ਾਰਟ ਆ, ਤੂੰ ਕਿੱਥੇ ਰਿਹਾ, ਅਤੇ ਉਹ ਸਾਰੀਆਂ ਗੱਲਾਂ ਜਦੋਂ ਆਉਣੀਆਂ, ਅਤੇ ਉਹ ਫਿਰ ਬੱਚੇ 'ਤੇ ਕਈ ਤਰ੍ਹਾਂ ਦਾ ਉਹਦਾ ਸਾਈਕੋਲੋਜੀਕਲ ਇਫੈਕਟ ਹੁੰਦਾ, ਅਤੇ ਫਿਰ ਉਹ ਇੱਕ ਪਾਸੇ ਨੂੰ ਤੁਰੀ ਪਏ ਵੀ ਠੀਕ ਆਪਾਂ ਸੇਵਾ ਕਰਨੀ ਆ, ਕਿਸ ਢੰਗ ਨਾਲ ਕੀਤੀ ਜਾਏ। ਫਿਰ ਕਿਸੇ ਪੁਲਿਸ ਮੁਲਾਜ਼ਮ ਨੇ, ਅਫਸਰ ਨੇ, ਕਿਸੇ ਨੇ ਸਮਝਾਇਆ ਸੀ ਉਹਨੂੰ, ਅਤੇ ਕਹਿੰਦੇ ਕਾਕਾ ਤੁਸੀਂ ਪੜ੍ਹੇ ਲਿਖੇ ਇੰਨਾ ਤੋਂ ਇੰਟੈਲੀਜੈਂਟ ਆ, ਮੈਨੂੰ ਪਤਾ ਲੱਗਾ ਤੇਰੀ ਰਿਪੋਰਟ ਮੰਗਾਈ ਕਾਲਜ ਤੋਂ, ਇਹ ਹੈੱਡ ਬੋਏ ਸੀਗਾ ਕਾਲਜ ਦਾ ਉਦੋਂ ਸਿੱਧੇ ਤੌਰ 'ਤੇ ਸਰਕਾਰੀ ਕਾਲਜ ਦੇ ਹੈੱਡ ਬੋਏ ਨਹੀਂ ਸੀ ਹੁੰਦੇ, ਪਰ ਜਦੋਂ ਕੋਈ ਸਟੂਡੈਂਟਸ ਦੀ ਮੀਟਿੰਗ ਸੱਦਦੇ ਸੀਗੇ ਅਤੇ ਉਦੋਂ ਪ੍ਰਿੰਸੀਪਲ ਇਹਨੂੰ ਬੁਲਾਉਂਦਾ ਸੀ ਪਹਿਲਾਂ, ਅਤੇ ਕਹਿੰਦਾ ਮੈਨੂੰ ਇੱਦਾਂ ਪਤਾ ਲੱਗਾ, ਉਸ ਮਤਲਬ ਅਫਸਰ ਨੇ ਕਿਹਾ, ਕਹਿੰਦਾ ਵੀ ਮੈਂ ਨਹੀਂ ਜੀ ਪਾਸੇ ਹੋਣਾ, ਇਹਨੇ ਬੋਲਦੇ ਜਦੋਂ ਬੋਲਦੇ ਸੀਗੇ ਬੱਚੇ, ਅਤੇ ਇਹਨੇ ਕਹੀ ਗੱਲ, ਅਤੇ ਉਹਨੇ ਅੱਗੇ ਕਿਹਾ, ਕਹਿੰਦਾ ਕਾਕਾ ਦੇਖ ਮੈਂ ਕੁਰਸੀ 'ਤੇ ਬੈਠਾ ਨਾ, ਅਤੇ ਮੈਂ ਕੁਰਸੀ 'ਤੇ ਬੈਠਾ ਕੌਮ ਦੀ ਸੇਵਾ ਕਰ ਸਕਦਾ, ਜਿੰਨਾ ਚਿਰ ਕੁਰਸੀ ਨਹੀਂ ਮਿਲਦੀ ਉਹਨਾਂ 'ਚ ਸੇਵਾ ਨਹੀਂ ਹੁੰਦੀ। ਇੱਥੇ ਕੀ ਆ, ਤੇਰੇ ਵਰਗੇ ਨੂੰ ਕੋਈ ਮਾਰ ਕੇ ਸਿੱਟ ਦੇਗਾ, ਠੀਕ ਹੈ ਨਾ, ਅਤੇ ਇੱਥੇ ਕੀ ਹੋਏਗਾ। ਉਦੋਂ ਇਹਦੇ ਮਨ 'ਚ ਆਇਆ ਵੀ ਨਹੀਂ ਮੈਂ ਕੁਛ ਬਣਾਂਗਾ, ਅਤੇ ਕੋਸ਼ਿਸ਼ ਕੀਤੀ, ਚਲੋ ਅਖੀਰ ਇਹਨੇ ਲਾਅ ਵਾਲੇ ਪਾਸੇ ਆ ਗਿਆ, ਜਿੱਧਰ ਨੂੰ ਲਾਈਨ ਮਿਲੀ ਲਾਅ ਕਰਕੇ। ਫਿਰ ਜਿਹੜੇ ਨਾਲ ਦੇ ਮੁੰਡੇ ਕਈ ਫੜੇ ਗਏ ਜਾਂ ਕਿੱਦਾਂ, ਇਹਦੇ ਨਾਲ ਦੇ ਤਕਰੀਬਨ 11 ਮੈਂਬਰੀ ਕਮੇਟੀ ਸੀਗੀ ਫੈਡਰੇਸ਼ਨ ਦੀ ਉਦੋਂ, ਅਤੇ ਮੇਰਾ ਕੋਲ ਸ਼ਾਇਦ ਇੱਕ ਹੀ ਬਚਿਆ ਵਾ, ਉਹ ਵੀ ਬਾਹਰ ਆ, ਬਾਕੀ ਸਾਰੇ 9 ਦੇ 9 ਸ਼ਹੀਦ ਹੋ ਗਏ ਆ। ਠੀਕ ਹੈ ਨਾ, ਅਤੇ ਇਹ ਵੀ ਵਿੱਚ ਹੀ ਚਲੋ, ਅਤੇ ਇਹਦਾ ਵੀ ਪਤਾ ਨਹੀਂ ਹੈਗਾ ਸਾਨੂੰ ਅਜੇ, ਮਤਲਬ ਪੂਰੀ ਤਰ੍ਹਾਂ, ਚਲੋ ਅਦਾਲਤਾਂ ਵੱਲੋਂ ਤਾਂ ਹੋ ਚੁੱਕਾ ਹੋਇਆ ਸਾਰਾ ਕੁਛ ਹੀ, ਪਰ ਸਾਨੂੰ ਕੋਈ ਸਬੂਤ ਨਹੀਂ ਕਿਸੇ ਨੇ ਦਿੱਤਾ। CBI ਨੂੰ ਕੁਐਰੀਆਂ ਵੀ ਹੋਈਆਂ, ਅਤੇ CBI ਨੇ ਕੇਸ ਵੀ ਲੜਿਆ ਵਾ, ਕੀਤਾ ਆ ਸਾਰਾ ਕੁਛ। ਅਤੇ CBI ਕੇਸ ਦਾ ਕੀ ਰਿਜ਼ਲਟ ਨਿਕਲਿਆ? CBI ਕੇਸ ਦਾ ਰਿਜ਼ਲਟ ਇਹ ਨਿਕਲਿਆ ਵੀ ਇੱਕ ਬੰਦੇ ਨੂੰ ਸਬ ਇੰਸਪੈਕਟਰ ਜਿਹੜਾ ਲੈ ਕੇ ਗਿਆ ਸੀਗਾ, ਹਰਪ੍ਰੀਤ ਸਿੰਘ ਲੱਕੀ, ਉਹਨੂੰ ਸਜ਼ਾ ਹੋ ਗਈ 3 ਸਾਲ ਦੀ ਕੀਤੀ ਸੀ ਇਹਨਾਂ ਨੇ, ਉਹ ਵੀ ਜੱਜ ਨੇ ਮਿਲ ਜੋ ਵੀ ਹੋਇਆ, ਅਤੇ ਉਹ ਸਜ਼ਾ ਜਿਹੜੀ ਹੋਈ ਆ, ਅਤੇ ਉਹਦੇ ਵਿੱਚ ਉਹਨਾਂ ਨੂੰ ਉਸ ਵੇਲੇ ਜ਼ਮਾਨਤਾਂ ਦੇ ਦਿੱਤੀਆਂ, ਉਹ ਬਾਹਰ ਆ, ਫਿਰ ਡਿਊਟੀਆਂ 'ਤੇ ਚਲੇ ਗਏ, ਸਪੈਸ਼ਲ ਇਹਨਾਂ ਦਾ ਕਰਕੇ ਜੋ ਵੀ ਕੋਟਾ ਹੁੰਦਾ, ਅਤੇ ਅਬਲਾਈਜ਼ ਕਰਦੇ ਨੇ ਪੁਲਿਸ ਵਾਲੇ, ਸਰਕਾਰਾਂ ਵੀ ਕਰਦੀਆਂ। ਅਤੇ ਜਿਹੜਾ ਗੁਰਦੀਪ ਸਿੰਘ ਪੰਨੂ ਸੀਗਾ DSP, ਜਿਹੜਾ ਇਸ ਕੇਸ 'ਚ ਸੀਗਾ, ਅਤੇ ਉਹਨੂੰ ਵੀ 3 ਸਾਲ ਦੀ ਸੀਗੀ, ਅਤੇ ਉਹਨੂੰ ਵੀ ਬਾਅਦ ਦੇ ਵਿੱਚ ਨਾ ਸਰਕਾਰ ਆਪਣੇ ਡਿਊਟੀ 'ਤੇ ਬਹਾਲ ਹੀ ਰਿਹਾ ਉਹ ਵੀ। CBI ਕੇਸਾਂ ਦੇ ਵਿੱਚ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਵੀ ਹੋਈ ਆ। ਨਹੀਂ ਸਰ, ਉਮਰ ਕੈਦ ਇਹਨਾਂ ਨੂੰ ਕੀਤੀ ਨਹੀਂ ਉਹਨਾਂ ਨੇ, ਕੁਛ ਨਹੀਂ। 364 ਦਾ ਉਹਦਾ ਪਰਚਾ ਸੀਗਾ ਇਹਨਾਂ 'ਤੇ, 364 ਸੀ, 120 ਵੀ ਸੀਗੀ, ਅਤੇ ਹੋਰ 1-2 ਧਾਰਾਵਾਂ ਸੀਗੀਆਂ, ਅਤੇ ਇਹਨਾਂ ਨੇ ਪਹਿਲਾਂ ਤਾਂ CBI ਨੇ ਪੂਰੇ ਦੋਸ਼ੀ ਲਏ ਹੀ ਨਹੀਂ, ਅਤੇ ਕਹਿੰਦੇ ਨਹੀਂ ਜੀ ਇਹ 2 ਹੀ ਆ, ਅਤੇ ਬੜਾ ਅਸੀਂ ਕਹਿੰਦੇ ਰਹੇ ਹਾਂ। ਅਤੇ ਵੀ ਬਾਕੀ ਜਿਹਨਾਂ ਨੇ ਕੁੱਟਮਾਰ ਕੀਤੀ ਹੋਏਗੀ, ਜਾਂ ਜਿਹੜੀ ਪੁਲਿਸ ਪਾਰਟੀ ਕਿ ਸਬ ਇੰਸਪੈਕਟਰ ਦੇ ਨਾਲ ਜਿਹੜੇ 4 ਜਣੇ ਆਏ ਸੀ ਉਹ ਕਿਹੜੇ ਸੀ, ਅਤੇ ਨਹੀਂ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ। ਅਤੇ ਕੁਛ ਵਕੀਲ ਵੀ ਸਾਡੇ ਉਦੋਂ ਜਿਹੜੇ ਮਤਲਬ ਕਹਿ ਲਓ ਸਿੱਖ ਵਕੀਲ ਵੀ ਸੀਗੇ, ਉਹਨਾਂ ਨੇ ਵੀ ਸਾਡਾ ਸਾਥ ਨਹੀਂ ਪੂਰਾ ਦਿੱਤਾ, ਜਿਹੜੇ ਕੇਸ ਲੜ ਰਹੇ ਸੀਗੇ, ਅਤੇ ਉਹ ਵੀ ਕਰਦੇ ਰਹੇ ਹਾਂ ਨਹੀਂ, ਅਦਾਲਤਾਂ 'ਚ ਧੱਕੇ ਪੈਂਦੇ, ਕਈ ਤਰ੍ਹਾਂ ਦੇ ਮਤਲਬ ਧਮਕੀਆਂ ਵੀ ਮਿਲਦੀਆਂ ਸੀ ਮੈਨੂੰ ਵੀ, ਡੈਡੀ ਅਤੇ ਮੈਂ ਇਕੱਠੇ ਹੀ ਜਾਂਦੇ ਰਹੇ ਸੀ ਦੋਨੋਂ ਜਾਣੇ, ਕਿਤੇ ਮੈਂ ਇਕੱਲਾ ਨਹੀਂ ਗਿਆ, ਕਿਤੇ ਡੈਡੀ ਇਕੱਲੇ ਨਹੀਂ ਗਏ, ਅਤੇ ਅਸੀਂ ਇਕੱਠੇ ਜਾਂਦੇ ਰਹੇ ਹਾਂ। ਅਤੇ ਇਕੱਠਿਆਂ ਨੂੰ ਕਿਤੇ ਨਾ ਕਿਤੇ ਧਮਕੀਆਂ ਜ਼ਿਆਦਾ ਮੈਨੂੰ ਮਿਲਦੀਆਂ ਸੀ, ਉਹਨਾਂ ਨੂੰ ਬਜ਼ੁਰਗ ਕਹਿੰਦੇ ਨਹੀਂ ਸੀ, ਅਤੇ ਨਾਲੇ ਪਤਾ ਸੀ ਪਿੱਛੇ ਭਾਈ ਨੰਡੇ ਹੀ ਲੈ ਕੇ ਫਿਰਦਾ,
ਤੇ ਉਹਦੇ ਕਰਕੇ ਫਿਰ ਡਰ ਵੀ ਸੀਗਾ। ਤੇ ਦੂਜਾ ਵਕੀਲ ਕਹਿ ਦਿੰਦੇ ਸੀ ਨਹੀਂ ਤੂੰ ਆਪ ਜਾ, ਆਪ ਮੂਹਰੇ ਹੋ ਕਰ। ਤੇ ਪੁਲਿਸ ਨੇ ਉੱਥੇ ਉਦੋਂ ਉਸ ਟਾਈਮ ਦੌਰਾਨ ਮੁੜ ਕੇ ਖਾਲੜਾ ਵੀ ਚੱਕੇ ਗਏ ਸੀਗੇ, ਖਾਲੜਾ ਉਹਨਾਂ ਨੂੰ ਚੁੱਕ ਲਿਆ ਸੀਗਾ। ਉਹ ਵੀ ਪਟਿਆਲੇ ਸੈਸ਼ਨ ਕੋਰਟ 'ਚ ਕੇਸ ਸੀਗਾ। ਤੇ ਉਹ ਇੱਕ ਵਾਰੀ ਤਰੀਕ ਸਾਡੀ ਦੋਨਾਂ ਦੀ ਇਕੱਠੀ ਸੀਗੀ ਤੇ ਉਹਨਾਂ ਦੀ ਗੱਡੀ ਵਗੈਰਾ ਬਹੁਤ ਭੰਨੀ ਇਹਨਾਂ ਨੇ, ਪੁਲਿਸ ਵਾਲਿਆਂ ਨੇ। ਉਦੋਂ ਡਰ ਸਾਨੂੰ ਹੋਰ ਪੈ ਗਿਆ। ਅਸੀਂ ਤਾਂ ਬੱਸ 'ਤੇ ਜਾਂਦੇ ਸੀ, ਬੱਸ 'ਤੇ ਆਉਂਦੇ ਸੀਗੇ। ਤੇ ਘਰੇ ਮਾਤਾ ਉਹਨਾਂ ਨੇ ਘਰੇ ਬੈਠੇ ਡਰੀ ਜਾਣਾ ਸਵੇਰ ਦੀ, ਉਦੋਂ ਸਾਨੂੰ ਤੋਰ ਕੇ ਬੈਠੇ ਰਹਿਣਾ, ਰਾਤ ਨੂੰ ਉਡੀਕਦੇ ਹੋਣਾ ਵੀ ਆਉਂਦੇ ਆ। ਤੇ ਜਦ ਤੱਕ ਅਸੀਂ ਆਉਣਾ ਤੇ ਫਿਰ ਆ ਜਾਂਦੇ, ਰੋਟੀ ਉਹਨਾਂ ਨੇ ਖਾਣੀ, ਨਹੀਂ ਤਾਂ ਸਾਰੀ ਦਿਹਾੜੀ ਇੱਦਾਂ ਬੈਠੇ ਰਹਿੰਦੇ ਸੀ। ਤੇ ਹੱਕ ਸੱਚ ਦੇ ਉੱਤੇ ਚੱਲਣ ਵਾਲੇ ਲੋਕਾਂ ਨੂੰ ਧਮਕੀਆਂ ਮਿਲਣੀਆਂ ਜਾਂ ਉਹਨਾਂ ਨੂੰ ਹਰ ਹੀਲੇ ਡੀਰੇਲ ਕਰਨ ਦਾ ਯਤਨ ਕਰਨਾ, ਇਹ ਹਮੇਸ਼ਾ ਹੁੰਦਾ ਆ ਜੀ। ਬੇਸ਼ੱਕ ਉਮਰ ਉਦੋਂ ਇਹਨਾਂ ਦੀ 18-19 ਸਾਲ ਹੀ ਸੀ, ਪਰ ਸਾਰੀ ਪੈਰਵਾਈ ਇਹਨਾਂ ਨੇ ਕੀਤੀ ਹੈ, ਸਾਰਾ ਕੁਝ ਇਹਨਾਂ ਨੇ ਕੀਤਾ। ਖੁਦ ਇਹ ਬਹੁਤ ਵਧੀਆ ਹਾਕੀ ਦੇ ਪਲੇਅਰ ਵੀ ਰਹੇ ਨੇ। ਇਹਨਾਂ ਦੀ ਜ਼ਿੰਦਗੀ ਬਾਰੇ ਵੀ ਅਸੀਂ ਗੱਲ ਕਰਾਂਗੇ। ਭਾਈ ਮਨਜਿੰਦਰ ਸਿੰਘ ਜੀ, ਉਸ ਸਮੇਂ ਦੇ ਜਿਹੜੇ ਸਾਡੇ ਆਗੂ ਲੋਕ ਸਨ, ਲੀਡਰ ਸਨ, ਉਹਨਾਂ ਦੀ ਕੀ ਭੂਮਿਕਾ ਰਹੀ? ਕੀ ਅਪਰੋਚ ਕੀਤਾ ਤੁਸੀਂ ਉਹਨਾਂ ਦੇ ਤੱਕ ਵੀ? ਅਪਰੋਚ ਸਾਰਿਆਂ ਨਾਲ ਹੀ ਕੀਤਾ ਜੀ। ਉਦੋਂ ਉਸ ਟਾਈਮ 'ਤੇ ਅਖਬਾਰਾਂ 'ਚ ਮੇਨ ਖਬਰਾਂ ਆਉਂਦੀਆਂ, ਅਜੀਤ ਦੇ ਫਰੰਟ ਪੇਜ 'ਤੇ ਫੋਟੋ ਦੇ ਨਾਲ ਖਬਰ ਆਉਂਦੀ ਸੀ ਇਹਦੀ। ਤੇ ਬਾਕੀ ਅਖਬਾਰਾਂ 'ਚ ਵੀ ਸਾਰਾ ਸੀਗਾ। ਖੁਦ ਮੈਂ ਆਪ ਪ੍ਰੈਸ ਨੋਟ ਦਿੰਦਾ ਰਿਹਾ, ਲਿਜਾ ਕੇ ਕਰਦਾ ਰਿਹਾ ਸਾਰਾ। ਤੇ ਅਪਰੋਚ ਸਾਰੀ ਸੀਗੀ, ਪਰ ਮੌਕੇ 'ਤੇ ਦੋ ਹੀ ਸਰਕਾਰਾਂ ਹੁੰਦੀਆਂ ਨੇ। ਇੱਕ ਮਤਲਬ ਅਕਾਲੀ ਦਲ ਸੀਗਾ ਤੇ ਇੱਕ ਕਾਂਗਰਸ ਦੀ ਸਰਕਾਰ ਸੀ, ਬਿਆਨ ਸਿੰਘ ਉਹਨਾਂ ਦੀ। ਤੇ ਬਿਆਨ ਸਿੰਘ ਉਹਨਾਂ ਨੇ ਤਾਂ ਵਕੀਲਾਂ ਦੇ ਪ੍ਰੈਸ਼ਰ ਦੇ ਨਾਲ ਫਿਰ ਇੱਕ ਕਮੇਟੀ ਬਣਾ ਦਿੱਤੀ ਸੀ। 2 ਮੈਂਬਰੀ ਕਮੇਟੀ ਬਣਾਈ ਸੀ ਮੰਤਰੀਆਂ ਦੀ। ਇੱਕ ਸੀਗੇ ਡਾਕਟਰ ਕੇਵਲ ਕ੍ਰਿਸ਼ਨ, ਫਾਈਨਾਂਸ ਮਿਨਿਸਟਰ ਪੰਜਾਬ। ਇੱਕ ਸੀਗੇ ਮਹਿੰਦਰ ਸਿੰਘ KP, ਸਪੋਰਟਸ ਮਿਨਿਸਟਰ ਪੰਜਾਬ। ਉਹ ਜਿਹੜੇ KP ਸੀਗੇ ਤੇ ਉਹ ਤਾਂ ਵਕੀਲ ਸੀਗੇ, ਇੱਥੇ ਜਲੰਧਰ ਕਚਹਿਰੀ ਦੇ ਵਿੱਚ ਹੀ ਸੀਗੇ, ਉਹਦੇ ਨਾਲ ਹੀ ਜਗਵਿੰਦਰ ਦੇ ਮਤਲਬ ਕਹਿ ਲਓ ਨਾਲ 2-3 ਕੈਬਿਨ ਛੱਡ ਕੇ ਉਹਨਾਂ ਦਾ ਕੈਬਿਨ ਸੀ, ਜਾਣਦੇ ਸੀ। ਉਹ ਤਾਂ ਨਹੀਂ ਘਰ ਆਏ, ਪਰ ਥੋੜ੍ਹੇ ਦਿਨਾਂ ਬਾਅਦ ਡਾਕਟਰ ਕੇਵਲ ਕ੍ਰਿਸ਼ਨ ਹੋਣੀ ਘਰ ਆਏ ਇਨਕੁਆਇਰੀ ਲਈ। ਤੇ ਉਹਨਾਂ ਨੇ ਫਿਰ ਆ ਕੇ ਗੱਲ ਕੀਤੀ, ਮੈਨੂੰ ਤਾਂ ਖੈਰ ਬਾਹਰ ਕਰ ਦਿੱਤਾ। ਮੰਮੀ ਉਹਨਾਂ ਦੇ ਨਾਲ ਗੱਲ ਕੀਤੀ, ਮੇਰੇ ਮਦਰ ਦੇ ਨਾਲ। ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਹ ਦੱਸੋ ਮਾਤਾ ਜੀ ਵੀ ਵੱਡੇ ਦਾ ਤਾਂ ਪਤਾ ਨਹੀਂ ਲੱਗ ਰਿਹਾ, ਵੀ ਛੋਟੇ ਦਾ ਤੁਸੀਂ ਜਿੱਥੇ ਕਹੋ ਆਪਾਂ ਸੈੱਟ ਕਰ ਦਿੰਦੇ ਹਾਂ, ਜਿੱਦਾਂ ਕਹੋ। ਤੇ ਤੁਹਾਨੂੰ ਜੇ ਕੋਈ ਚਾਹੀਦਾ ਤੇ ਅਸੀਂ ਉਹਨਾਂ ਕਰ ਸਕਦੇ ਹਾਂ। ਸਰਦਾਰ ਜੀ ਨੇ ਮੈਨੂੰ ਭੇਜਿਆ, ਸਰਦਾਰ ਜੀ ਮਤਲਬ ਬੇਅੰਤ ਸਿੰਘ ਉਹਨਾਂ ਨੇ, ਸਪੈਸ਼ਲੀ ਵੀ ਕੇਸ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਏ। ਤੇ ਚਲੋ ਆਪਾਂ ਹੁਣ ਲੱਭਦਾ ਤਾਂ ਪਿਆ ਨਹੀਂ ਜੀ, ਉਹ ਵੱਡੇ ਦਾ ਤਾਂ ਪਤਾ ਨਹੀਂ ਲੱਗ ਰਿਹਾ। ਤੇ ਤੁਸੀਂ ਦੱਸੋ ਵੀ ਅਸੀਂ ਕੀ ਮਦਦ ਕਿੱਦਾਂ। ਮੰਮੀ ਕਹਿੰਦੇ ਵੀ ਮੈਂ ਪੁੱਤ ਦਾ ਮੁੱਲ ਨਹੀਂ ਪਾਉਣਾ, ਠੀਕ ਹੈ ਨਾ, ਕੋਈ ਗੱਲ ਨਹੀਂ। ਉਹ ਕਿਹੜਾ ਕਿਸੇ ਦੀ ਕੁੜੀ ਕੱਢ ਕੇ ਗਿਆ ਜਾਂ ਕੋਈ ਮਤਲਬ ਕੋਈ ਉਹਨੇ ਗਲਤ ਕੀਤਾ, ਠੀਕ ਹੈ ਨਾ। ਉਹਦਾ ਕੰਮ ਸੀਗਾ, ਉਹ ਕਹਿੰਦਾ ਸੀ ਮੈਂ ਸੇਵਾ ਕਰਨੀ ਆ ਤੇ ਸੇਵਾ ਉਹ ਕਰਦਾ ਰਿਹਾ, ਠੀਕ ਹੈ ਨਾ। ਤੇ ਜੇ ਉਹਨੇ ਮੇਰੇ ਪੁੱਤ ਨੇ ਕੋਈ ਗਲਤ ਕੀਤਾ ਤੇ ਤੁਸੀਂ ਉਹਨੂੰ ਸਾਹਮਣੇ ਲਿਆਓ, ਦੱਸੋ, ਠੀਕ ਹੈ ਨਾ। ਲੁਕੋ ਕੇ ਕਿਉਂ ਰੱਖਿਆ? ਲੈ ਕੇ ਪੁਲਿਸ ਵਾਲੇ ਗਏ ਆ ਤੇ ਨਹੀਂ ਮੰਨੇ, ਕਹਿੰਦੇ ਨਹੀਂ ਜੀ ਪੁਲਿਸ ਵਾਲਿਆਂ ਦਾ ਪਤਾ ਨਹੀਂ ਲੱਗਦਾ ਪਿਆ ਸਾਨੂੰ, ਤੇ ਤੁਸੀਂ ਜੋ ਤੁਸੀਂ ਕਹੋ ਤੇ ਆਪਾਂ ਛੋਟੇ ਨੂੰ ਨੌਕਰੀ ਦੇ ਦਿੰਦੇ ਹਾਂ, ਸੈੱਟ ਕਰ ਦਿੰਦੇ ਹਾਂ, ਵਧੀਆ ਜੋਬ ਦੇ ਦਾਂਗੇ। ਕਹਿੰਦੇ ਮੰਮੀ ਕਹਿੰਦੇ ਨਹੀਂ ਮੈਂ ਮੁੱਲ ਨਹੀਂ ਪਾਉਣਾ, ਠੀਕ ਹੈ ਨਾ। ਮਤਲਬ ਇਹ ਤੇ ਸੀ ਉਸ ਸਮੇਂ ਦੀ ਸਰਕਾਰ ਦੀ ਗੱਲ, ਕਾਂਗਰਸ ਦੀ। ਇਹ ਬਾਦਲ ਉਸ ਵਕਤ ਸਾਡੇ ਅਕਾਲੀ ਦਲ ਦੇ ਸੀਗੇ, ਉਸ ਵਕਤ ਇਹਨਾਂ ਤੱਕ ਹੀ ਲੋਕ ਅਪਰੋਚ ਕਰਦੇ ਸੀ। ਇਹ ਭੋਗਾਂ 'ਤੇ ਵੀ ਜਾਂਦੇ ਹੁੰਦੇ ਸੀ ਸ਼ਹੀਦਾਂ ਦੇ। ਇਹਨਾਂ ਦੀ ਕੀ ਭੂਮਿਕਾ ਰਹੀ? ਮੈਂ ਇਹੀ ਦੱਸਣ ਲੱਗਾ ਸੀਗਾ ਤੁਹਾਨੂੰ। ਤੇ ਬਾਅਦ ਵਿੱਚ ਬਾਦਲ ਉਹਨਾਂ ਨਾਲ ਵੀ ਅਪਰੋਚ ਕੀਤੀ ਤੇ ਉਹਨਾਂ ਨਾਲ ਫੋਨ 'ਤੇ ਗੱਲ ਹੋਈ। ਤੇ ਬਾਦਲ ਸਾਹਿਬ ਕਹਿੰਦੇ ਵੀ ਮੈਂ ਚਲੋ ਨਿਖੇਧੀ ਕਰਦਾ, ਸਾਰਾ ਕੁਝ ਕੀਤਾ ਉਹਨਾਂ ਨੇ, ਪਰ ਉਹ ਕਹਿੰਦੇ ਇਹ ਤਾਂ ਬਚਣਾ ਦੀ ਸਰਕਾਰ ਆ ਕਾਕਾ, ਤੇ ਇਹਨਾਂ ਦਾ ਕੋਈ ਪਤਾ ਨਹੀਂ ਗਾ ਕੀ ਆ ਕੀ ਨਹੀਂ। ਤੇ ਜਦੋਂ ਆਪਣੀ ਸਰਕਾਰਾਂ ਕਿਤੇ ਆਉਣਗੀਆਂ ਤੇ ਫਿਰ ਆਪਾਂ ਸਾਰਾ ਇਹਨਾਂ ਦਾ ਦੇਖਾਂਗੇ, ਸਿੰਘਾਂ ਦਾ ਜੋ ਵੀ ਆ ਸਾਰਾ ਕਰਾਂਗੇ, ਠੀਕ ਨਾ। ਪਰ ਸਮੇਂ ਨਾਲ ਜਦੋਂ ਉਸ ਤੋਂ ਬਾਅਦ ਸਰਕਾਰ ਇਹਨਾਂ ਦੀ ਆਈ ਤੇ ਅਸੀਂ ਤਾਂ ਖੈਰ ਨਹੀਂ, ਮੈਂ ਤਾਂ ਨਹੀਂ ਕਿਸੇ ਕੋਲ ਭੀਖ ਮੰਗਣ ਗਿਆ, ਨਾ ਮੇਰੇ ਮੰਮੀ ਡੈਡੀ ਗਏ ਆ ਕਿਸੇ ਕੋਲ ਮੰਗਣ, ਠੀਕ ਹੈ ਨਾ। ਅਸੀਂ ਤਾਂ ਆਪਣੀ ਕਿਰਤ ਕਰਕੇ ਜਿੰਨੀ ਖਾ ਸਕਦੇ ਜਿੰਨੀ ਖਾਂਦੇ ਆ ਤੇ ਜਿੰਨਾ ਵੀ ਗੁਜ਼ਾਰਾ ਹੋਇਆ। ਤੇ ਜਾਂ ਕੋਈ ਵੀਰ ਭਰਾ ਆਸੇ ਪਾਸੇ ਆਂਢ ਗੁਆਂਢ ਕੋਲੋਂ ਜਾਂ ਕਿੱਦਾਂ ਵੀ ਉਹ ਥੋੜ੍ਹੀ ਬਹੁਤੀ ਮਦਦ ਹੁੰਦੀ ਸੀ ਤੇ ਆਪਣਾ ਗੁਜ਼ਾਰਾ ਕਰਦੇ ਰਹੇ ਹਾਂ। ਤੇ ਪਰ ਸਰਕਾਰਾਂ ਨੇ ਜਦੋਂ ਮਤਲਬ ਮੇਰੇ ਜਿਹੜੇ ਮਤਲਬ ਜੋਗਿੰਦਰ ਦੇ ਨਾਲ ਦੇ ਸੀ ਜਾਂ ਸਰਕਾਰਾਂ ਦੇ ਵਿੱਚ ਹੋਰ ਲੀਡਰ ਸੀਗੇ ਛੋਟੇ, ਤੇ ਉਹਨਾਂ ਨੇ ਅਪਰੋਚ ਬਾਦਲ ਤੱਕ ਕੀਤੀ ਸੀ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੱਕ। ਤੇ ਅੱਗੇ ਜਵਾਬ ਮੈਨੂੰ ਇਹੀ ਮਿਲਿਆ ਸੀਗਾ ਵੀ ਉਹ ਕਹਿੰਦੇ ਵੀ ਛੱਡੋ ਜੀ ਹੁਣ ਸਰਕਾਰਾਂ ਆ ਗਈਆਂ, ਹੁਣ ਪਿਛਲੇ 'ਤੇ ਮਿੱਟੀ ਪਾਓ, ਪਿਛਲੇ ਛੱਡੋ ਪਰੇ, ਜੋ ਹੋ ਗਿਆ ਕੋਈ ਗੱਲ ਨਹੀਂ, ਹੁਣ ਨਹੀਂ। ਉਦੋਂ ਇਹ ਵੀ ਕੇਸ ਚੱਲਦਾ ਪਿਆ ਸੀ, ਜ਼ਿਆਦਾ ਜ਼ੋਰ ਇਹ ਵੀ ਪੈ ਰਿਹਾ ਸੀ ਵੀ ਜਿਹਨੇ ਪੁਲਿਸ ਵਾਲੇ ਨੇ 100 ਤੋਂ ਵੱਧ ਮੁੰਡਾ ਮਾਰਿਆ, ਘੱਟੋ ਘੱਟ ਬਾਦਲ ਸਾਹਿਬ ਉਹਨੂੰ ਸਜ਼ਾ ਦੇ ਦਿਓ, ਥੋੜ੍ਹਿਆਂ ਨੂੰ ਨਾ ਦਿਓ ਤੇ ਜ਼ਿਆਦਾ ਇਹ ਵੀ ਦੇ ਦਿਓ, ਕਿਸੇ ਨਾ ਕਿਸੇ ਨੂੰ ਅੰਦਰ ਤਾਂ ਦਿਓ। ਜਹਾਰ ਵਾਲਾ ਵਰਗੇ ਬੈਠੇ ਆ ਜਾਂ ਹੋਰ ਬੈਠੇ ਆ, ਅਜੀਤ ਸਿੰਘ ਸੰਧੂ ਵਰਗੇ ਸੀਗੇ, ਦੂਜੇ ਸੀਗੇ, ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਤੁਸੀਂ ਮਤਲਬ ਪੁੱਛੋ ਤਾਂ ਸਹੀ, ਘੱਟੋ ਘੱਟ ਕੋਈ ਕੇਸ ਤਾਂ ਚਲਾਓ। ਇੰਨਾ ਮੁੰਡੇ ਮਾਰਤੇ, ਇੰਨਾ ਕੀਤਾ, ਤੁਸੀਂ ਕਹਿੰਦੇ ਰਹੇ ਆ ਅਦਾਲਤ ਆਪਣਾ ਬਿਆਨਾਂ ਦੇ ਵਿੱਚ ਸਭ ਕੁਝ ਕਰਦੇ ਰਹੇ ਆ। ਤੇ ਉਦੋਂ ਬਾਦਲ ਸਾਹਿਬ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ, ਤੁਸੀਂ ਠੀਕ ਹੈ ਬਸ ਜੋ ਚੱਲਦਾ ਪਿਆ ਕੋਈ ਗੱਲ ਨਹੀਂ। ਉਸ ਤੋਂ ਬਾਅਦ ਵੀ ਸਾਡੇ ਨਾਲ ਕੋਈ ਅਪਰੋਚ ਨਹੀਂ, ਕੋਈ ਕੁਛ ਨਹੀਂ। ਫਿਰ ਇੱਕ ਵਾਰੀ ਕਿਤੇ ਇਲੈਕਸ਼ਨ ਹੋਈ ਸੀ, 22 ਇਲੈਕਸ਼ਨ ਕਪੂਰਥਲਾ, ਉਦੋਂ ਬਿਕਰਮਜੀਤ ਸਿੰਘ ਮਜੀਠੀਆ ਹੁਣੀ ਘਰੇ ਆਏ ਸੀਗੇ, ਸ਼ਾਇਦ ਉਹਨਾਂ ਨੂੰ ਯਾਦ ਵੀ ਨਾ ਹੋਵੇ।
ਤੇ ਪਰ ਹੋਏਗਾ ਯਾਦ, ਕਿਉਂਕਿ ਗੱਲਾਂ ਬਾਤਾਂ ਕੁਛ ਇਹੋ ਜਿਹੀਆਂ ਹੋਈਆਂ। ਉਦੋਂ ਮੈਂ ਉਹਨਾਂ ਨੂੰ ਕਿਹਾ ਸੀਗਾ, ਮੈਨੂੰ ਕਹਿੰਦੇ ਵੀ ਤੁਸੀਂ ਇੰਨਾ ਜਦ ਜਾਣਦੇ ਹੋ ਸਿਆਸਤ, ਤੁਸੀਂ ਦੇਖੀ ਇੰਨਾ ਹੈਗਾ, ਤੇ ਤੁਸੀਂ ਨਾਲ ਚੱਲੋ ਸਾਡੇ, ਤੇ ਆਪਾਂ ਰਲ ਕੇ ਸੇਵਾ ਕਰਦੇ ਹਾਂ ਕੀ ਆ। ਪਰ ਸਾਡੀ ਲਾਈਨ ਉਹ ਨਹੀਂ ਨਾ ਹੈ ਜੋ ਮਜੀਠੀਆ ਉਹਨਾਂ ਦੀ ਆ, ਠੀਕ ਹੈ ਨਾ। ਉਹਨਾਂ ਨੇ ਸਿਆਸਤ ਕਰਨੀ ਆ, ਅਸੀਂ ਧਰਮ ਦੀ ਖਾਤਰ ਤੁਰੇ ਸੀ, ਠੀਕ ਹੈ ਨਾ। ਜੋ ਭਰਾ ਨੇ ਕੀਤਾ ਉਹ ਧਰਮ ਦੀ ਖਾਤਰ ਕੀਤਾ, ਠੀਕ ਹੈ ਨਾ। ਦਰਦ ਸੀ ਉਹਨਾਂ ਨੂੰ, ਇਹਨਾਂ ਦਾ ਦਰਦ ਹੁੰਦਾ ਤੇ ਅੱਜ ਸ਼ਾਇਦ ਸਿੱਖਾਂ ਦੇ ਕੋਈ ਮਸਲੇ ਹੀ ਹੋਰ ਹੁੰਦੇ, ਤੇ ਉਹ ਸਰਕਾਰਾਂ ਭੋਗਣ ਵਾਲੇ ਨੇ, ਠੀਕ ਹੈ ਨਾ। ਤੇ ਅਸੀਂ ਨਹੀਂ ਤੁਰੇ। ਮੈਂ ਜਵਾਬ ਦਿੱਤਾ, ਮੈਂ ਕਿਹਾ ਨਹੀਂ ਬਾਈ ਜੀ, ਮੇਰੀ ਆਪਣੀ ਕੁੱਲੀ ਚੰਗੀ, ਮੈਂ ਆਪਣੀ ਰੋਟੀ ਇੱਥੇ ਖਾ ਰਹੇ, ਜਿੰਨੀ ਕਮਾ ਰਹੇ ਖਾ ਰਹੇ ਹਾਂ, ਬਸ ਠੀਕ ਆ। ਤੇ ਤੁਹਾਡੀ ਗੱਡੀ ਮੇਰੇ ਤੋਂ, ਮੇਰੇ ਮਕਾਨ ਤੋਂ ਮਹਿੰਗੀ ਆ, ਤੇ ਮੇਰੀ ਇਹ ਅਪਰੋਚ ਨਹੀਂ ਹੋ ਸਕਦੀ। ਮੈਂ ਆਵਾਂ, ਠੀਕ ਆ, ਸਿਆਣਪ ਆਪਣੀ ਜਗ੍ਹਾ ਹੋਏਗੀ, ਤੁਹਾਨੂੰ ਲੱਗਿਆ ਹੋਏਗਾ, ਪਰ ਨਹੀਂ। ਚਲੋ ਉਹ ਚਲੇ ਗਏ। ਉੱਦਾਂ ਉਹਨਾਂ ਨੇ ਕਿਹਾ ਅਕਾਲੀ ਦਲ ਦੀ, ਮੈਂ ਕਿਹਾ ਨਹੀਂ, ਇਹ ਨਹੀਂ ਹੋ ਸਕਦਾ ਹੁਣ। ਤੇ ਅਕਾਲੀ ਦਲ ਦਾ ਤਾਂ ਕੋਈ ਮਤਲਬ ਹੈ ਹੀ ਨਹੀਂ ਗਾ ਨਾ, ਕੋਈ ਦੌਰ ਹੀ ਨਹੀਂ ਗਾ। ਸਿੱਖਾਂ ਦੀ ਜਥੇਬੰਦੀ ਹੁੰਦੀ ਸੀ, ਕਿਤੇ ਸੁਣਿਆ ਹੀ ਆ, ਅਸੀਂ ਵੀ ਇਤਿਹਾਸ ਹੀ ਪੜ੍ਹਾਂਗੇ, ਕਿਤੇ ਬੱਚੇ ਸਾਡੇ ਵੀ ਪੜ੍ਹ ਹੀ ਜਾਣਗੇ। ਸਿੱਖ ਕਮਿਊਨਿਟੀ ਲਈ ਆਈ ਸੀ ਜਥੇਬੰਦੀ, ਧਰਮ ਨੂੰ ਮੂਹਰੇ ਕਰਕੇ ਆਈ ਸੀ। ਤੇ ਹੁਣ ਤਾਂ ਕੋਈ ਅਕਾਲੀ ਦਲ ਵਾਲੀ ਕੋਈ ਗੱਲ ਉਹਦੇ 'ਚ ਹੈ ਨਹੀਂ ਗੀ ਕੋਈ ਵੀ ਗੱਲ। ਅੱਛਾ, ਇਹ ਭਾਈ ਮਨਜਿੰਦਰ ਸਿੰਘ ਜੀ, ਉਹ ਵਕੀਲ ਸਨ, ਕੇਸ ਲੜਦੇ ਸੀਗੇ। ਕਦੀ ਕਿਤੇ ਕੋਈ ਹਥਿਆਰਬੰਦ ਬੰਦਾ ਘਰ ਆਇਆ ਹੋਵੇ, ਜਾਂ ਕਦੀ ਕੋਈ ਹਥਿਆਰ ਉਹ ਲੈ ਕੇ ਘਰ ਆਏ ਹੋਣ, ਕਿਤੇ ਨਾ ਕਿਤੇ ਇਦਾਂ ਦੀ ਕੋਈ ਗੱਲ ਕਦੀ ਵੇਖੀ ਸੁਣੀ? ਨਹੀਂ ਸਰ, ਉਹ ਤਾਂ ਮਸਲਾ ਹੀ ਨਹੀਂ ਸੀ ਨਾ ਹਥਿਆਰਾਂ ਦਾ। ਤਾਂ ਅੱਛਾ, ਉਹ ਤਾਂ ਹਥਿਆਰਾਂ ਵਾਲੀ ਲਾਈਨ ਤੋਂ ਵੱਖਰੇ ਸੀਗੇ। ਉਹ ਤਾਂ ਸੀਗੇ ਵੀ ਜਿਹੜੇ ਨਜਾਇਜ਼ ਪੁਲਿਸ ਤੰਗ ਕਰਦੀ ਆ, ਜਾਂ ਕਿਸੇ ਵੀ ਕਾਰਡਕੂ ਸਿੰਘ ਨੂੰ ਮਤਲਬ ਚੁੱਕਦੀ ਆ, ਜਾਂ ਨਜਾਇਜ਼ ਕੋਈ, ਅਸਲ 'ਚ ਜਿਹੜਾ ਧਰਮ ਦੀ ਗੱਲ ਕਰਨ ਵਾਲਾ ਸੀ, ਕੋਈ ਗੁਰਦੁਆਰੇ ਜਾ ਕੇ ਜਿਹੜਾ ਥੋੜ੍ਹਾ ਜਸ਼ੀਲਾ ਭਾਸ਼ਣ ਦਿੰਦਾ ਸੀ, ਉਹਨੂੰ ਵੀ ਪੁਲਿਸ ਚੱਕ ਲੈਂਦੀ ਸੀ ਉਸ ਟਾਈਮ, ਠੀਕ ਹੈ ਨਾ। ਤੇ ਉਹ ਤਾਂ ਸੀਗੇ ਵੀ ਉਹਨਾਂ ਨੂੰ ਛਡਾਉਣਾ, ਠੀਕ ਨਾ, ਕੇਸਾਂ ਦੀ ਪੈਰਵਾਈ ਕਰਨੀ। ਤੇ ਪੈਰਵਾਈ ਦੀ ਗੱਲ ਇਹ ਹੁੰਦੀ ਵੀ ਅਦਾਲਤ ਨੇ ਫੈਸਲਾ ਕਰਨਾ ਹੁੰਦਾ ਸਹੀ ਕੀ ਆ ਤੇ ਗਲਤ ਕੀ ਆ, ਉਹਦੇ 'ਚ ਵਕੀਲ ਨੇ ਤਾਂ ਕਰਨਾ ਨਹੀਂ। ਤੇ ਪੁਲਿਸ ਪੈਂਦੀ ਸੀ ਵਕੀਲ ਮਗਰ, ਤੂੰ ਕਿਉਂ ਕੇਸ ਲੜਦਾ, ਜਦੋਂ ਵਕੀਲ ਤਾਂ ਕਾਨੂੰਨਨ ਤੌਰ 'ਤੇ ਕੇਸ ਲੜ ਰਿਹਾ ਨਾ, ਹਿੰਦੁਸਤਾਨ ਦੇ ਕਾਨੂੰਨ ਦੇ ਜੋ ਸੀਗੇ ਪੈਰਵਾਈ ਉਹੀ ਕਰ ਰਿਹਾ ਸੀ ਨਾ। ਕਈ ਵਾਰੀ ਤੇ ਇਹ ਵੀ ਹੁੰਦਾ ਵੀ ਜੇ ਕੋਈ ਵਕੀਲ ਅਫੋਰਡ ਨਹੀਂ ਕਰਦਾ ਤੇ ਉਹਨੂੰ ਅਦਾਲਤ ਵੱਲੋਂ ਵਕੀਲ ਪ੍ਰੋਵਾਈਡ ਕੀਤਾ ਜਾਂਦਾ ਸਰਕਾਰੀ। ਹਾਂ ਬਿਲਕੁਲ, ਸਰਕਾਰੀ ਕੀਤਾ ਜਾਂਦਾ। ਪਰ ਚਲੋ ਇਹ ਕਰ ਰਿਹਾ ਸੀ। ਦੂਜੀ ਗੱਲ, ਆਪਣੀ ਦੁਕਾਨ ਆ, ਵਕੀਲ ਇੱਕ ਆਪਣੀ ਦੁਕਾਨਦਾਰੀ ਕਰਦਾ, ਠੀਕ ਹੈ ਨਾ। ਉਹ ਆਪਣੀ ਦੁਕਾਨ 'ਤੇ ਕਿਸੇ ਤੋਂ ਸੌਦਾ ਫਰੀ ਦੇਵੇ, ਕਿਸੇ ਤੋਂ ਲਵੇ ਪੈਸੇ, ਉਹ ਤਾਂ ਉਹਦੀ ਆਪਣੀ ਆ ਨਾ, ਉਹਦੀ ਮਰਜ਼ੀ ਆ। ਤੇ ਉਹ ਕਰ ਰਿਹਾ ਸੀਗਾ। ਤੇ ਇਹਨਾਂ ਨੂੰ ਸੀਗਾ ਅਸੀਂ ਪੁਲਿਸ ਮੁੰਡੇ ਚੱਕਦੇ ਹਾਂ ਤੇ ਇਹ ਛਡਾ ਲੈਂਦਾ, ਤੇ ਛਡਾਉਣੇ ਆ, ਤੇ ਉਹ ਕਾਨੂੰਨੀ ਤੌਰ 'ਤੇ ਛੱਡੇ ਜਾਂਦੇ ਆ। ਜੱਜ ਛੱਡਦਾ ਇਹ ਤਾਂ ਹੈ ਨਹੀਂ ਸੀ, ਛਡਾਉਂਦਾ ਨਹੀਂ ਸੀ, ਐਕਚੁਅਲੀ ਆਪਣੀ ਪੈਰਵਾਈ ਕਰਦਾ ਸੀ, ਜੱਜ ਛੱਡਦਾ ਸੀ। ਤੇ ਜੱਜ ਤਾਂ ਅੰਦਰ ਨਹੀਂ ਦਿੱਤੇ ਇਹਨਾਂ ਨੇ, ਵਕੀਲ ਨੂੰ ਕਿਉਂ ਚੁੱਕਿਆ? ਜੱਜ ਨੂੰ ਅੰਦਰ ਦੇਣ, ਜਿਨ੍ਹਾਂ ਨੇ ਛੱਡਿਆ ਮੁੰਡੇ ਨਾ ਛੱਡਦੇ, ਠੀਕ ਹੈ ਨਾ। ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਬਦਲਾਅ ਕਰ ਦੇਣ, ਜਿਹੜਾ ਫੜਨਾ ਨਹੀਂ ਛੱਡਣਾ ਹੀ ਨਹੀਂ ਜੀ, ਠੀਕ ਹੈ ਨਾ। ਟਾਡਾ ਟੂਡਾ ਲਾਉਂਦੇ ਸੀ, ਹੋਰ ਇੱਥੇ ਹੁਣ ਵੀ ਕਈ NSA ਵਗੈਰਾ ਲਾਉਂਦੇ ਸੀ, ਹਾਂ, ਤੇ ਲਾ ਦਿੰਦੇ। ਪਰ ਗੱਲ ਇਹ ਆ ਵੀ ਜਿਹੜਾ ਕਾਨੂੰਨੀ ਤੌਰ 'ਤੇ ਇੱਕ ਅਦਾਲਤ 'ਚ ਕੇਸ ਚੱਲਦਾ, ਜੱਜ ਛੱਡਦਾ, ਤੇ ਉਹ ਜੱਜ ਨੂੰ ਦੇਖੋ ਨਾ ਕਿਉਂ ਛੱਡਿਆ ਗਿਆ, ਜੱਜ ਨੇ ਕਿਉਂ ਛੱਡਿਆ। ਉਹਦੇ ਛਡਾਉਣਾ ਤਾਂ ਵਕੀਲ ਦਾ ਕੰਮ ਆ। ਵਕੀਲ ਤਾਂ ਹਰ ਬੰਦੇ ਨੂੰ ਕਹਿੰਦਾ ਵੀ ਮੇਰਾ ਬੰਦਾ ਸਹੀ ਆ। ਹੁਣ ਤੇ ਉਹ ਜਿਹੜੇ ਸੰਵਿਧਾਨ ਦੇ ਅਨੁਸਾਰ ਕੰਮ ਕਰਕੇ ਉਹ ਜਿਹੜੀ ਆਪਣੀਆਂ ਦਲੀਲਾਂ ਦੇਣੀਆਂ ਨੇ, ਤੇ ਉਹਦੇ ਅਕੋਰਡਿੰਗਲੀ ਜੱਜ ਸਾਹਿਬ ਨੇ ਫੈਸਲਾ ਕਰਨਾ। ਜੱਜ ਸਾਹਿਬ ਛੱਡਦੇ ਸੀ, ਤੇ ਜੱਜ ਜਿਹੜੇ ਮੌਕੇ 'ਤੇ ਸੀਗੇ ਉਹ ਕਈ ਬਦਲੇ ਆ। ਇੱਕ ਜੱਜ ਤਾਂ ਹੈ ਨਹੀਂ ਸੀ ਕੋਈ ਖਰੀਦਿਆ ਹੋਵੇ, ਜਾਂ ਤਾਂ ਹੋਵੇ ਵੀ ਇੱਕ ਵਕੀਲ ਜੱਜ ਦੀ ਵਕੀਲ ਨਾਲ ਗੱਲ ਰਲ ਗਈ ਆ ਤੇ ਵਕੀਲ ਛਡਾਈ ਜਾਂਦਾ। ਇਹ ਤਾਂ ਹੈ ਨਹੀਂ। ਕਈ ਅਦਾਲਤ 'ਚ ਜੱਜ ਜਿਹੜੇ ਸਰਕਾਰਾਂ ਲਾਉਂਦੀਆਂ ਨੇ, ਸਰਕਾਰਾਂ ਦੇ ਤੌਰ 'ਤੇ ਉਹ ਕੇਸ ਲੜਦੇ, ਸਰਕਾਰਾਂ ਛੱਡਦੀਆਂ ਸੀ। ਗੱਲ ਚੱਲ ਰਹੀ ਸੀ ਜੀ ਧਮਕੀਆਂ ਦੀ, ਕਿ ਭਾਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਵੀ ਬੜੀਆਂ ਮਿਲੀਆਂ ਕਿ ਤੁਸੀਂ ਪੈਰਵਾਈ ਨਾ ਕਰੋ। ਜਦੋਂ ਤੋਂ ਕਿ ਮੈਂ ਕਰ ਰਿਹਾ ਸ਼ਹੀਦ ਪਰਿਵਾਰਾਂ ਦੀਆਂ ਦਾਸਤਾਨਾਂ ਰਿਕਾਰਡ, ਹਿਊਮਨ ਰਾਈਟ ਵਾਇਲੇਸ਼ਨ ਜਿਹੜੀ ਉਦੋਂ ਕੁਛ ਪੁਲਿਸ ਅਧਿਕਾਰੀਆਂ ਵੱਲੋਂ ਬਹੁਤ ਵੱਡੇ ਪੱਧਰ 'ਤੇ ਕੀਤੀ ਗਈ ਹੈ, ਉਹਦੇ ਵਿਰੁੱਧ ਅਸੀਂ ਆਵਾਜ਼ ਬੁਲੰਦ ਕਰ ਰਹੇ ਹਾਂ। ਔਰ ਉਹਨਾਂ ਵੱਲੋਂ ਕੀਤੇ ਗਏ ਉਹ ਘਾਣ ਦੀ ਗੱਲ ਜਿਹੜੀ ਆ, ਉਹ ਪੂਰੀ ਦੁਨੀਆ ਦੇ ਵਿੱਚ ਸਾਡੀ ਗੱਲ ਵੇਖੀ ਸੁਣੀ ਜਾ ਰਹੀ ਹੈ। ਮੈਨੂੰ ਵੀ ਧਮਕੀਆਂ ਆਉਂਦੀਆਂ ਨੇ, ਤੇ ਕਈ ਵਾਰੀ ਕੁਝ ਸੱਜਣਾ ਮਿੱਤਰਾਂ ਵੱਲੋਂ ਵੀ ਸੁਝਾਅ ਆਉਂਦੇ ਆ ਕਿ ਬਲਵਿੰਦਰ ਸਿੰਘ ਤੇਰੀ ਜਾਨ ਖਤਰੇ 'ਚ ਆ, ਤੇ ਮੈਂ ਕਹਿ ਦਿੰਦਾ ਕਿ ਆਈ ਡੋਂਟ ਕੇਅਰ, ਮੈਨੂੰ ਨਹੀਂ ਪਰਵਾਹ ਕਿ ਸਾਵਾਂ ਦੀ ਗਿਣਤੀ ਸਤਿਗੁਰੂ ਜੀ ਨੇ ਲਿਖੀ ਆ, ਜਦੋਂ ਮੁੱਕ ਜਾਣੀ ਆ ਫਿਰ ਮੁੱਕ ਜਾਣੀ। ਬਹਾਨਾ ਕਿਸੇ ਪੁਲਿਸ ਅਫਸਰ ਵੱਲੋਂ ਬਣਨਾ ਕਿ ਜਾਂ ਕਿਤੇ ਸੜਕ ਹਾਦਸਾ ਬਣਨਾ, ਜਾਂ ਕੋਈ ਹਾਰਟ ਅਟੈਕ, ਬ੍ਰੇਨ ਹੈਮਰੇਜ, ਕੁਝ ਵੀ ਹੋ ਸਕਦਾ, ਇਹ ਸਤਿਗੁਰੂ ਜੀ ਨੂੰ ਪਤਾ। ਪਰ ਮੈਂ ਮਰਨ ਤੋਂ ਨਹੀਂ ਡਰਦਾ। ਤੇ ਮੇਰਾ ਇੱਕ ਦੋਸਤ ਆ, ਬੜਾ ਵਧੀਆ, ਨਾਮਧਾਰੀ ਪੰਥ ਨੂੰ ਬਿਲੋਂਗ ਕਰਦਾ, ਬੜਾ ਪਿਆਰਾ ਮਿੱਤਰ ਆ, ਤੇ ਉਹਨੇ ਮੈਨੂੰ ਇੱਕ ਦਾਸਤਾਨ ਦੱਸੀ ਭਾਈ ਮਨਜਿੰਦਰ ਸਿੰਘ ਜੀ। ਕਹਿੰਦੇ ਇੱਕ ਵਕਤ ਆਇਆ 10ਵੇਂ ਪਾਤਸ਼ਾਹ ਜੀ ਜਦੋਂ ਜੰਗਾਂ ਯੁੱਧਾਂ ਲੜ ਰਹੇ ਸਨ, ਤੇ 10ਵੇਂ ਪਾਤਸ਼ਾਹ ਜੀ ਦੇ ਬੜੇ ਪਿਆਰੇ ਕਵੀ ਸਨ ਭਾਈ ਨੰਦ ਲਾਲ ਜੀ, ਤੇ ਉਹਨਾਂ ਨੇ ਵੀ ਕਹਿੰਦੇ ਵੀ ਸ੍ਰੀ ਸਾਹਿਬ ਫੜ ਲਈ, ਵੀ ਸੱਚੇ ਪਾਤਸ਼ਾਹ ਮੈਨੂੰ ਹੁਣ ਹੁਕਮ ਕਰੋ ਤੇ ਮੈਨੂੰ ਇਜਾਜ਼ਤ ਦਿਓ ਵੀ ਹੁਣ ਵਕਤ ਇਸ ਤਰ੍ਹਾਂ ਦਾ ਆ ਗਿਆ ਕਿ ਮੈਂ ਵੀ ਮੈਦਾਨੇ ਜੰਗ 'ਚ ਜਾ ਕੇ ਤੇ ਹੁਣ ਮੈਂ ਜੂਝ ਸਕਾਂ। ਕਹਿੰਦੇ ਵੀ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਨਹੀਂ ਭਾਈ ਨੰਦ ਲਾਲ ਜੀ,
ਜੇ ਮੈਂ ਕੋਈ ਸਿਪਾਹੀ ਕੋਈ ਜੁਝਾਰੂ ਬਣਾਉਣਾ ਹੈ ਤੇ ਉਹ ਮੇਰੇ ਲਈ ਬਹੁਤ ਆਸਾਨ ਆ। ਉਹਨੂੰ ਮੈਂ ਸ਼ਸਤਰ ਵਿੱਦਿਆ ਦੇ ਕੇ ਚੰਦ ਦਿਨਾਂ ਦੇ ਵਿੱਚ ਟ੍ਰੇਨਡ ਕਰਕੇ ਤੇ ਇੱਕ ਸੂਰਮਾ ਯੋਧਾ ਬਣਾ ਸਕਣਾ, ਪਰ ਤੇਰੇ ਵਰਗੇ ਵਿਦਵਾਨ ਬਣਾਉਣ ਲਈ 50 ਸਾਲ ਲੱਗ ਜਾਂਦੇ ਆ। ਕਿੰਨੀ ਵੱਡੀ ਗੱਲ ਸੀ। ਬਹੁਤ ਵੱਡੀ। ਹੁਣ ਇਹ ਗੱਲ ਜਿਹੜੀ ਆ, ਜਿਹੜਾ ਕੰਮ ਅੱਜ ਮੈਂ ਕਰ ਰਿਹਾ, ਮੇਰੇ ਵਰਗੇ ਪੱਤਰਕਾਰ ਕਰ ਰਹੇ ਨੇ, ਭਾਈ ਜਗਵਿੰਦਰ ਸਿੰਘ ਜੀ ਵਰਗੇ ਐਡਵੋਕੇਟ ਕਰ ਰਹੇ ਸਨ, ਇਹ ਕੰਮ ਜਿਹੜਾ ਹਰੀ ਸਾਰੀ ਬੰਦਾ ਨਹੀਂ ਕਰ ਸਕਦਾ। ਇਸ ਕਰਕੇ ਉਹ ਕਹਿੰਦੇ ਵੀ ਜਾਨ ਜੋਖਮ 'ਚ ਪਾਉਣ ਦੀ ਲੋੜ ਨਹੀਂ। ਪਰ ਹੁਣ ਇਹ ਆ ਵੀ ਅਸੀਂ ਤੇ ਆਪਣਾ ਇੱਕ ਪੱਤਰਕਾਰ ਦਾ ਧਰਮ ਮੈਂ ਨਿਭਾ ਰਿਹਾ। ਮੈਂ ਮਨੁੱਖੀ ਅਧਿਕਾਰ ਦੀ ਜਿਹੜੀ ਵਾਇਲੇਸ਼ਨ ਹੋਈ ਹੈ ਮੈਂ ਉਹਦੀ ਗੱਲ ਕਰ ਰਿਹਾ। ਭਾਈ ਜਗਵਿੰਦਰ ਸਿੰਘ ਜੀ ਕਾਨੂੰਨ ਅਨੁਸਾਰ ਉਹਨਾਂ ਨੌਜਵਾਨਾਂ ਦੀਆਂ ਜ਼ਮਾਨਤਾਂ ਕਰਵਾਉਂਦੇ ਸਨ। ਕੋਈ ਇਹ ਤਾਂ ਹੈ ਨਹੀਂ ਵੀ ਗਨ ਦੀ ਨੋਕ ਤੇ ਕਿਸੇ ਨੂੰ ਪੁਲਿਸ ਹਿਰਾਸਤ 'ਚੋਂ ਛਡਾ ਦਿੱਤਾ। ਫਿਰ ਵੀ ਇਹ ਸਰਕਾਰ ਅੱਜ ਕੱਲ੍ਹ ਨੂੰ ਮੇਰਾ ਨੁਕਸਾਨ ਕਰ ਦੇ ਜਿਸ ਤਰ੍ਹਾਂ ਭਾਈ ਜੋਗਿੰਦਰ ਸਿੰਘ ਦਾ ਕਰਤਾ, ਉਹਦੇ 'ਚ ਫਿਰ ਅਸੀਂ ਕੀ ਕਰ ਸਕਦੇ ਹਾਂ? ਫਿਰ ਤਾਂ ਸਤਿਗੁਰੂ ਦੀ ਮਰਜ਼ੀ ਆ। ਪਰ ਫਿਰ ਵੀ ਜਿਹੜਾ ਸੁਜੈਸ਼ਨ ਆਉਂਦਾ ਹੈ ਕਿ ਤੁਹਾਡੇ ਵਰਗੇ ਭਾਈ ਜੋਗਿੰਦਰ ਸਿੰਘ ਵਰਗੇ ਹੋਰ ਵੀ ਬਹੁਤ ਸਾਰੇ ਐਡਵੋਕੇਟ ਨੇ, ਅੱਜ ਵੀ ਕੰਮ ਕਰ ਰਹੇ ਨੇ, ਮਨੁੱਖੀ ਅਧਿਕਾਰਾਂ ਦੇ ਸੰਗਠਨ ਬਣੇ ਹੋਏ ਨੇ ਵਕੀਲਾਂ ਵੱਲੋਂ, ਉਹ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ। ਸੇਫ ਰਹਿ ਕੇ ਕੰਮ ਕਰੋ। ਲੋਕ ਸਾਡੀਆਂ ਲੰਬੀਆਂ ਉਮਰਾਂ ਦੀਆਂ ਦੁਆਵਾਂ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਕੁਝ ਪੁਲਿਸ ਅਫਸਰ ਨੇ, ਹਿੰਦੁਸਤਾਨ ਸਰਕਾਰ ਦੀ ਮਨਸ਼ਾ, ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਸੋਚ ਹੈ ਕਿ ਉਹ ਸਾਡੇ ਵਰਗੇ ਬੰਦੇ ਜਿਹੜੇ ਅਸੀਂ ਕਲਮ ਨਾਲ ਕੰਮ ਕਰਨ ਵਾਲੇ ਹਾਂ, ਮਾਈਕ 'ਤੇ ਗੱਲ ਕਰਨ ਵਾਲੇ ਹਾਂ, ਇਹਨਾਂ ਲੋਕਾਂ ਨੂੰ ਵੀ ਨਹੀਂ ਬਖਸ਼ਦੀ। ਹਾਂਜੀ, ਇਹਨਾਂ ਨੇ ਰਾਗੀ ਢਾਡੀ ਕਵੀਸ਼ਰ ਮਾਰਤੇ। ਹਾਂਜੀ, ਭਾਈ ਨਿਰਮਲ ਸਿੰਘ ਚੋਲਾ ਸਾਹਿਬ, ਬਹੁਤ ਜਲਦ ਤੁਸੀਂ ਉਹਨਾਂ ਦੀ ਵੀ ਦਾਸਤਾਨ ਸੁਣੋਗੇ ਵੀ ਉਹ ਗਾਉਂਦੇ ਸੀ, ਯੋਧਿਆਂ ਦੀਆਂ ਵਾਰਾਂ ਗਾਉਂਦੇ ਸੀ। ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜ਼ਬਾਨ ਤੱਕ ਕੱਟ ਦਿੱਤੀ ਗਈ ਸੀ ਉਹਨਾਂ ਦੀ। ਹਾਂਜੀ, ਇਹ ਫਿਰ ਜਦੋਂ ਹੱਕ ਸੱਚ ਦੇ ਰਸਤੇ 'ਤੇ ਚੱਲਾਂਗੇ, ਉਹ ਆਵਾਜ਼ ਬੁਲੰਦ ਕਰਾਂਗੇ ਤੇ ਹਰ ਤਰੀਕੇ ਨਾਲ ਸਰਕਾਰਾਂ ਖਾਮੋਸ਼ ਕਰਨ ਦਾ ਯਤਨ ਕਰਨਗੀਆਂ। ਇਸ ਤਰ੍ਹਾਂ ਤੁਹਾਨੂੰ ਵੀ ਧਮਕੀਆਂ ਮਿਲਦੀਆਂ ਰਹੀਆਂ? ਧਮਕੀਆਂ ਸਰ ਜੀ ਇਨਡਾਇਰੈਕਟਲੀ ਆਉਂਦੀਆਂ ਰਹੀਆਂ। ਡਾਇਰੈਕਟ ਦਾ ਸੀਬੀਆਈ ਕਰਕੇ ਜਾਂ ਮਤਲਬ ਵਕੀਲਾਂ ਦੇ ਅਪਰੋਚ ਬਹੁਤ ਸੀ, ਵਕੀਲਾਂ ਦਾ ਜ਼ੋਰ ਬਹੁਤ ਜ਼ਿਆਦਾ ਸੀ ਉਸ ਟਾਈਮ 'ਤੇ। ਐਵੇਂ ਕਹੀਏ ਵਕੀਲ ਭਾਈਚਾਰੇ ਨੇ ਸਾਡਾ ਬਹੁਤ ਸਾਥ ਦਿੱਤਾ ਉਸ ਟਾਈਮ। ਕਿੰਨਾ ਚਿਰ ਅਦਾਲਤਾਂ ਬੰਦ ਰਹੀਆਂ? ਪਤਾ ਲੱਗਾ ਕਾਫੀ ਮਹੀਨੇ। ਇਹ ਸਰ 3 ਮਹੀਨੇ ਲਗਾਤਾਰ ਬੰਦ ਰਹੀਆਂ ਜੀ। ਤੇ ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਨੇ ਕੁਲਵੰਤ ਸਿੰਘ ਸੈਣੀ ਜਿਹੜਾ ਸੀਗੇ ਰੋਪੜ ਦੇ ਵਕੀਲ, ਤੇ ਉਹਨਾਂ ਦੀ ਵਾਈਫ ਤੇ ਬੱਚੇ ਨੂੰ ਕਿਤੇ ਬਹਾਨੇ ਨਾਲ ਥਾਣੇ ਸੱਦਿਆ ਸੀ, ਤੇ ਉਹਨਾਂ ਦਾ ਸਾਰਾ ਕੇਸ ਪਤਾ, ਤੇ ਉਹ ਥਾਣੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਉਹਨਾਂ ਦੇ ਬੱਚੇ ਨੂੰ ਸਾਹਮਣੇ, ਉਹਨਾਂ ਦੀ ਵਾਈਫ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਸੀਗਾ, ਕੁੱਟ ਮਾਰ ਕੇ। ਤੇ ਬੜੀ ਬੁਰੀ ਤਰ੍ਹਾਂ ਮਤਲਬ ਬੜਾ ਜ਼ਿਆਦਾ ਟੌਰਚਰ ਕੀਤਾ ਸੀ। ਔਰ ਇਸੇ ਗੁੱਸੇ 'ਚ ਹੀ ਕੀਤਾ ਸੀ ਐਕਚੁਅਲੀ, ਜਗਵਿੰਦਰ ਸਿੰਘ ਦੇ ਗੁੱਸੇ 'ਚ ਹੀ ਵੀ ਵਕੀਲ ਬੰਦ ਨਹੀਂ ਕਰਦੇ, ਇੱਦਾਂ ਕਰੋ 2-4 ਵਕੀਲ ਹੋਰ ਮਾਰੋ, ਜਿਹੜੀ ਸੁਣਨ 'ਚ ਗੱਲ ਆਉਂਦੀ ਸੀ ਵੀ ਇਹ KPS ਗਿੱਲ ਵੱਲੋਂ ਹੀ ਸੀਗਾ ਵੀ 2-4 ਹੋਰ ਚੱਕੋ ਤੇ ਇਹਨਾਂ ਕਰਕੇ ਕਿਸੇ ਤਰ੍ਹਾਂ ਇਹ ਅੰਦੋਲਨ ਠੱਪ ਕਰਾਓ। ਫਿਰ ਉਹ ਸਾਰੀ ਇਹ ਮੂਵਮੈਂਟ ਰੋਪੜ ਚਲੀ ਗਈ। ਉਹ ਰੋਪੜ ਵੀ ਫਿਰ 2-2.5 ਮਹੀਨੇ ਲਗਾਤਾਰ ਬੰਦ ਰਹੇ। ਤਕਰੀਬਨ ਸਤੰਬਰ ਤੋਂ ਲੈ ਕੇ ਮਾਰਚ ਤੱਕ ਬੰਦ ਰਹੀਆਂ ਅਦਾਲਤਾਂ। ਤੇ ਵਿੱਚ ਕਦੀ ਖੁੱਲ੍ਹ ਜਾਂਦੀਆਂ ਸੀ, ਵਿੱਚ ਫਿਰ ਬੰਦ, ਫਿਰ ਹਫ਼ਤਾ ਬੰਦ, ਫਿਰ ਇੱਦਾਂ ਇਹ ਕਾਫੀ ਜ਼ਿਆਦਾ 6 ਮਹੀਨੇ ਲਈ। ਵਿੱਚ ਮੇਰੀ ਜਿੱਥੋਂ ਤੱਕ ਜਾਣਕਾਰੀ ਆ, ਮੈਨੂੰ ਮਤਲਬ ਰਿਟਰਨ ਤਾਂ ਨਹੀਂ ਮਿਲਿਆ ਮੈਨੂੰ ਜੀ, ਪਰ ਉਸ ਵੇਲੇ ਸੀਗਾ ਵੀ ਸੁਪਰੀਮ ਕੋਰਟ ਨੇ ਵੀ 1 ਦਿਨ ਦੀ ਕਾਲ ਦਿੱਤੀ ਸੀ ਬੰਦ ਦੀ। ਠੀਕ ਹੈ, ਮਤਲਬ ਉਹ ਸੁਪਰੀਮ ਕੋਰਟ ਦੇ ਮਾਨਯੋਗ ਸੁਪਰੀਮ ਕੋਰਟ ਦੇ ਵਕੀਲਾਂ ਵੱਲੋਂ, ਸੁਪਰੀਮ ਕੋਰਟ ਦੇ ਅੰਡਰ ਜਿੰਨੀਆਂ ਅਦਾਲਤਾਂ ਜੋ ਵੀ ਆਉਂਦਾ ਸਾਰਾ ਕੁਝ ਸੁਪਰੀਮ ਕੋਰਟ ਦੇ ਵਕੀਲ ਐਸੋਸੀਏਸ਼ਨ ਜਿਹੜੀ ਹੁੰਦੀ ਆ ਵਕੀਲਾਂ ਵੱਲੋਂ ਉਹ ਸਾਰੀ ਕੀਤੀ ਗਈ ਸੀ। ਠੀਕ ਹੈ ਨਾ। ਫਿਰ ਹੋਇਆ ਇਹ ਵੀ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਸੀ, ਕਿਉਂਕਿ ਮੰਨ ਲਓ ਜਲੰਧਰ ਕਿਸੇ ਦਾ ਕੇਸ ਆ, ਕੋਈ ਪਟਿਆਲਿਓਂ ਤਰੀਕ ਭੁਗਤਣ ਆ ਰਿਹਾ, ਕੋਈ ਪਾਣੀਪਤ ਤੋਂ ਆ ਰਿਹਾ, ਕੋਈ ਦਿੱਲੀ ਤੋਂ ਆ ਰਿਹਾ, ਤੇ ਆਉਂਦੇ ਸੀਗੇ ਤੇ ਉਹ ਬੰਦ ਦੇਖਦੇ ਅਦਾਲਤਾਂ, ਫਿਰ ਵਾਪਸ ਫਿਰ ਇਹੋ ਜਿਹੀ ਪਰੇਸ਼ਾਨੀਆਂ। ਵਕੀਲਾਂ ਦੀ ਆਪਣੀ ਇਨਕਮ ਨੂੰ ਪ੍ਰੋਬਲਮ ਆਉਣ ਲੱਗ ਗਈ।